ਸਤਨਾਮ ਵਾਹਿਗੁਰੂ ਸਾਹਿਬ ਜੀ। ਪ੍ਰੀਤ ਪ੍ਰੀਤ ਗੁਰਿਆ ਮੋਹਨ ਲਾਲਨਾ, ਜਪ ਮਨ ਗੋਬਿੰਦ ਕੈ ਅਵਰ ਨਹੀਂ ਕੋ ਲਿਖੈ। ਸੰਤ ਲਾਗ ਮਨਹਿ ਛਾੜ, ਦੁਬਿਧਾ ਕੀ ਕੁਰੀਆ। ਦੇ ਮਨ ਰਾਮ ਸਿਉ ਕਰ ਪ੍ਰੀਤ, ਸ਼ਰਵਨ ਗੋਬਿੰਦ ਗੁਣ ਸੁਨੋ। ਅਰ ਗਾਓ ਰਸਨਾ ਗੀਤ, ਐਸੀ ਪ੍ਰੀਤ ਕਰੋ ਮਨ ਮੇਰੇ। ਆਠ ਪਹਿਰ ਪ੍ਰਭ ਜਾਨਹੁ ਨੇਰੇ, ਰਤੇ ਸੇਈ ਜੇ ਮੁਖ ਨਾ ਮੋੜਨ। ਜਿਨੀ ਸਿੰਜਾਤਾ ਸਾਈਂ, ਚੜ ਚੜ ਪਵਦੇ ਕੱਚੇ ਬਿਰਹੀ। ਜਿਨਾ ਕਾਰ ਨ ਆਈ, ਬੇਸੁਮਾਰ ਅਥਾਹ ਅਗਨਤ ਅਤੁਲੈ। ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਫਰੀਦਾ ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇਹ। ਚਲਾ ਤਾ ਭਿਜੈ ਕੰਬਲੀ, ਰਹਾਂ ਤਾ ਟੁੱਟੈ ਨੇਹ। ਭਿਜੋ ਸਿਜੋ ਕੰਬਲੀ, ਅੱਲ੍ਹਾ ਵਰਸੋ ਮੇਹ। ਜਾਏ ਮਿਲਾ ਤਿਨਾ ਸੱਜਣਾ, ਟੁੱਟੋ ਨਾਹੀ ਨੇਹ। ਫਰੀਦਾ ਮੈਂ ਭੁਲਾਵਾ ਭਗਦਾ, ਮਤ ਮੈਲੀ ਹੋਇ ਜਾਇ। ਗਹਿਲਾ ਰੂਹ ਨਾ ਜਾਣਈ, ਸਿਰ ਭੀ ਮਿੱਟੀ ਖਾਇ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਝਾ ਦੁੱਧ। ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਨ ਤੁਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ। ਤਿਨਾਂ ਦੀ ਅਪਾਰ ਮਿਹਰਾਮਤ ਹੈ।
ਅਥਾਹ ਬਖਸ਼ਿਸ਼ ਹੈ ਜੋ ਆਪ ਸਭ ਗੁਰਸਿੱਖ ਸਤਸੰਗੀ ਜਨ। ਸਤਿਗੁਰੂ ਕੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤਸੰਗਤ ਰੂਪ ਵਿੱਚ ਜੁੜ ਬੈਠ ਕੇ ਸਤਿਗੁਰੂ ਕੀ ਰਹਿਮਤ ਦੇ ਪਾਤਰ ਬਣਦਿਆਂ ਹੋਇਆਂ ਸ਼ਬਦ ਦੇ ਕੀਰਤਨ ਅਤੇ ਵਿਚਾਰ ਅਭਿਆਸ ਦੇ ਨਾਲ ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰਨ ਦਾ, ਸਕਾਰਥ ਕਰਨ ਦਾ ਨਿਰਮਲ ਯਤਨ ਕਰ ਰਹੇ ਹੋ ਜੀ। ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਆਪ ਦੀ ਭਗਤ ਸਿਰਮੌਰ ਸ਼ੇਖ ਬਾਬਾ ਸ਼ੇਖ ਫਰੀਦ ਸਾਹਿਬ ਜੀ ਤਿਨਾਂ ਦੇ ਪਾਵਨ ਸਲੋਕਾਂ ਦੀ ਲੜੀਵਾਰ ਵਿਚਾਰ ਸਰਵਣ ਕਰ ਰਹੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਰੀਦਾ ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇਹ। ਲੜੀਵਾਰ ਸਲੋਕਾਂ ਦੇ ਅੰਤਰਗਤ ਬਾਬਾ ਫਰੀਦ ਸਾਹਿਬ ਜੀ ਅੱਜ ਦੇ ਸਲੋਕ ਦੁਆਰਾ ਜਿਗਿਆਸੂ ਮਨ ਦੀ ਉਸ ਅਵਸਥਾ ਦਾ ਬਿਆਨ ਕਰਦੇ ਹਨ, ਸਾਧਕ ਦੇ ਜੀਵਨ ਦੀ ਉਸ ਹਾਲਤ ਦਾ ਬਿਆਨ ਕਰ ਰਹੇ ਹਨ ਜਦੋਂ ਜੀਵਨ ਦੇ ਬਾਹਰੀ ਅਤੇ ਅੰਦਰੂਨੀ ਪ੍ਰਭਾਵ ਉਸ ਦੀ ਸਾਧਨਾ ਦੇ ਵਿੱਚ ਵਾਧਾ ਪਾਉਂਦੇ ਹਨ। ਜਦੋਂ ਮਨੁੱਖ ਆਪਣੇ ਭਗਤੀ ਰੂਪ ਕਰਮ ਨੂੰ ਦ੍ਰਿੜ ਕਰਨ ਦੇ ਲਈ ਬੰਦਗੀ ਅਤੇ ਮਾਰਗ 'ਤੇ ਚੱਲਣ ਦੀ ਚਾਹਤ ਵੀ ਰੱਖਦਾ ਹੋਵੇ, ਪਰ ਬਾਹਰੀ ਤੌਰ 'ਤੇ ਕੁਝ ਮੁਸ਼ਕਲਾਂ, ਕੁਝ ਅੜਚਨਾਂ ਐਸੀਆਂ ਹੋਣ ਕਿ ਜਿਹੜੀਆਂ ਉਹਨੂੰ ਉਹਦੀ ਭਗਤੀ ਕਰਮ ਕਰਨ ਦੇ ਵਿੱਚ, ਬੰਦਗੀ ਮਾਰਗ 'ਤੇ ਚੱਲਣ ਦੇ ਵਿੱਚ, ਆਪਣੇ ਮੁਰਸ਼ਦ ਦੇ ਦੁਆਰ ਤੱਕ ਪਹੁੰਚਣ ਦੇ ਵਿੱਚ ਮੁਸ਼ਕਲ ਪੈਦਾ ਕਰਨ। ਪਹਿਲਾ ਸ਼ਲੋਕ ਦਾ ਵਿੱਚ ਅਨੁਭਵ ਇਹ ਹੈ ਕਿ ਜਦੋਂ ਸੰਸਾਰਿਕ ਬਾਧਾਵਾਂ ਆ ਜਾਂਦੀਆਂ ਨੇ ਰਸਤੇ ਵਿੱਚ, ਬੰਦੇ ਦਾ ਅਕੀਦਾ, ਉਹਦਾ ਮਨ, ਉਹਦਾ ਭਰੋਸਾ ਡੋਲ ਜਾਂਦਾ ਹੈ ਅਤੇ ਇੱਕ ਵਾਰੀ ਉਹੀ ਮਨ ਦੀ ਹਾਲਤ ਹੋ ਜਾਂਦੀ ਹੈ ਕਿ ਹੁਣ ਇਹਦਾ ਖਹਿੜਾ ਛੱਡ ਕੇ ਘਰ ਬੈਠ ਜਾਣਾ ਚਾਹੀਦਾ ਹੈ। ਪਰ ਫਿਰ ਜਦੋਂ ਮਨ ਦੇ ਪੂਰਬਲੇ ਸੰਸਕਾਰ ਚੰਗੇ ਹਨ, ਮਨ ਦੇ ਭਾਵ ਚੰਗੇ ਹਨ, ਤਾਂ ਮਨ ਦੇ ਅੰਦਰ ਫਿਰ ਇੱਕ ਸੁੱਤੇ ਸਦ ਉੱਤਮ ਪ੍ਰੇਰਣਾ ਪੈਦਾ ਹੋ ਜਾਂਦੀ ਹੈ। ਉਦੋਂ ਫਿਰ ਮਨੁੱਖ ਦੁਨਿਆਵੀ ਕਸ਼ਟ ਜਾਂ ਹੋਰ ਜਿੰਨੇ ਕਿਸਮ ਦੀਆਂ ਅੜਚਨਾਂ ਨੇ ਉਹਨਾਂ ਸਾਰਿਆਂ ਨੂੰ ਉਲੰਘ ਕੇ ਆਪਣੇ ਮੁਰਸ਼ਦ ਦੇ ਦੁਆਰ ਤੱਕ ਜਾ ਪਹੁੰਚਦਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਜ਼ਿਕਰ ਕਰਦੇ ਹਨ, ਫਰੀਦਾ ਗਲੀਏ ਚਿੱਕੜ ਦੂਰ ਘਰ, ਕਿ ਰੋਜ਼ਾਨਾ ਆਪਣੇ ਮੁਰਸ਼ਦ ਦੇ ਦਰਸ਼ਨਾਂ ਦੇ ਨਾਲ ਦਿਨ ਦੀ ਆਰੰਭਤਾ ਕਰਦੇ ਹਾਂ। ਮੁਰਸ਼ਦ ਦੇ ਮੁਬਾਰਕ ਚਰਨ ਕਦਮਾਂ ਦੀ ਬੋਸੀ ਕਰਕੇ ਉਹਦੀ ਰਹਿਮਤ ਨੂੰ, ਉਹਦੇ ਗਿਆਨ ਦੇ, ਉਹਦੀ ਕਰੁਣਾ ਨੂੰ ਮਾਣਦੇ ਹਾਂ। ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਅੱਜ ਗੱਲ ਇੱਕ ਥੋੜ੍ਹੀ ਵਿਚਿੱਤਰ ਬਣ ਗਈ ਹੈ ਕਿ ਜਿਸ ਮਾਰਗ ਰਾਹੀਂ ਗੁਜ਼ਰ ਕੇ ਜਾਣਾ ਹੈ, ਜਿਸ ਗਲੀ ਦੇ ਵਿੱਚੋਂ ਗੁਜ਼ਰ ਕੇ ਆਪਣੇ ਪ੍ਰੀਤਮ ਦੇ ਦੁਆਰ ਤੱਕ ਪੁੱਜਣਾ ਹੈ, ਬਾਰਿਸ਼ ਹੋਣ ਕਰਕੇ ਅੱਜ ਉਹ ਚਿੱਕੜ ਦੇ ਨਾਲ ਭਰ ਗਿਆ ਹੈ। ਜਦ ਰਸਤਾ ਸੁੱਕਾ ਹੈ, ਸਾਫ਼ ਹੈ, ਉਦੋਂ ਲੰਬਾ ਵੀ ਹੋਵੇ ਤਾਂ ਕੋਈ ਮੁਸ਼ਕਲ ਨਹੀਂ ਲੱਗਦਾ, ਪਰ ਜਦੋਂ ਚਿੱਕੜ ਹੈ ਅਤੇ ਚਿੱਕੜ ਥੋੜ੍ਹੇ ਵੀ ਕਦਮ ਚੱਲਣਾ ਪਵੇ ਤਾਂ ਮੁਸ਼ਕਲ ਹੈ। ਅਤੇ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਦੂਰ ਕਰ। ਜਿਸ ਮਾਰਗ ਦੇ ਵਿੱਚ ਪਹਿਲੀ ਮੁਸ਼ਕਲ ਆ ਗਈ ਕਿ ਮੀਂਹ ਕਰਕੇ ਚਿੱਕੜ ਬਣ ਗਿਆ ਹੈ, ਮਿੱਟੀ ਅਤੇ ਜਲ ਰਲ ਕੇ ਇੱਕ ਗਾਰਾ ਜਿਹਾ ਬਣ ਗਿਆ ਹੈ। ਦੂਸਰਾ, ਪ੍ਰੀਤਮ ਦੇ ਘਰ ਦੀ ਦੂਰੀ ਵੀ ਬੜੀ ਹੈ। ਇਹ ਦੋ ਸਥਿਤੀਆਂ ਜਿਹੜੀਆਂ ਬਾਹਰੀ ਤੌਰ 'ਤੇ ਬਣੀਆਂ ਅਤੇ ਸਾਹਮਣੇ ਨਜ਼ਰ ਆ ਰਹੀਆਂ ਨੇ, ਅਤੇ ਆਪਣੀ ਹਾਲਤ ਕੀ ਹੈ? ਨਾਲ ਪਿਆਰੇ ਨੇਹੋ, ਕਿ ਸਾਡਾ ਸਤਿਗੁਰੂ ਦੇ ਮੁਰਸ਼ਦ ਦੇ ਚਰਨਾਂ ਦੇ ਨਾਲ ਪ੍ਰੇਮ ਹੈ, ਨੇਹੋ ਹੈ। ਅਤੇ ਨੇਹੋ ਕੀ ਹੈ ਕਿ ਜਿਵੇਂ ਦਾ ਮੁਰਸ਼ਦ ਹੈ ਉਵੇਂ ਦਾ ਅਸੀਂ ਹੋਣਾ ਚਾਹੁੰਦੇ ਹਾਂ, ਅਤੇ ਉਵੇਂ ਦੇ ਹੋਣ ਦੇ ਲਈ ਰੋਜ਼ਾਨਾ ਉਹਦੇ ਜੀਵਨ ਦੇ ਦਰਸ਼ਨ ਕਰਕੇ, ਰੋਜ਼ਾਨਾ ਉਹਦੀ ਮੂਰਤ ਨੂੰ ਇਹਨਾਂ ਨੇਤਰਾਂ ਦੇ ਨਾਲ ਨਿਹਾਰ ਕੇ, ਇਹਨਾਂ ਕੰਨਾਂ ਦੇ ਨਾਲ ਉਹਦੀ ਉੱਤਮ ਬਾਤ ਸੁਣ ਕੇ, ਅਤੇ ਜੀਵਨ ਦੇ ਵਿੱਚ ਨਿੱਤ ਬਾ ਨਿੱਤ ਇੱਕ ਇੱਕ ਕਦਮ ਵਧਣ ਦਾ ਯਤਨ ਕਰਦੇ ਹਾਂ। ਅਤੇ ਬਾਬਾ ਫਰੀਦ ਸਾਹਿਬ ਜੀ ਆਖਦੇ ਨਾਲ ਪਿਆਰੇ ਨੇਹੋ। ਹੁਣ ਇੱਕ ਪਾਸੇ ਚਿੱਕੜ ਹੈ, ਦੂਰੀ ਵੀ ਬੜੀ ਜ਼ਿਆਦਾ ਹੈ, ਅਤੇ ਪਿਆਰ ਵੀ ਹੈ। ਹੁਣ ਪਿਆਰ ਦੇ ਸਾਹਮਣੇ, ਪ੍ਰੇਮ ਦੇ ਸਾਹਮਣੇ ਇਹ ਦੋ ਅੜਚਨਾਂ ਆ ਗਈਆਂ ਹਨ
ਤਾਂ ਕਹਿੰਦੇ ਮਨ ਦਾ ਡਰ ਕੀ ਹੈ, ਚੱਲਾਂ ਤਾਂ ਭਿੱਜੈ ਕੰਬਲੀ। ਜੇ ਚੱਲ ਪਿਆ ਕਿਤੇ ਐਸਾ ਨਾ ਹੋਵੇ ਕਿ ਚਿੱਕੜ ਕਰਕੇ ਤਿਲਕ ਜਾਵਾਂ, ਕਿਤੇ ਇਹ ਨਾ ਹੋਵੇ ਕਿ ਜਿਹੜੀ ਕੰਬਲੀ ਨੂੰ ਬਚਾ ਲਈ ਉੱਪਰ ਲਿਆ ਉਹ ਸਾਰੀ ਭਿੱਜ ਜਾਵੇ। ਕਹਿੰਦੇ ਇਹ ਦੁਬਿਧਾ ਹੈ, ਇਹ ਮਨ ਦੇ ਵਿੱਚ ਅਜੇ ਫੁਰਨਿਆਂ ਦੇ ਤਲ 'ਤੇ ਇਹ ਗੱਲ ਚੱਲ ਰਹੀ ਹੈ। ਰਾਹਾਂ ਤਾਂ ਟੁੱਟੈ ਨੇਹੋਂ, ਜੇ ਚਿੱਕੜ ਤੋਂ ਕੱਪੜੇ ਮੈਲੇ ਹੋਣ ਦੇ ਡਰ ਕਰਕੇ ਜਾਂ ਬਾਰਿਸ਼ ਦੇ ਪਾਣੀ ਦੇ ਨਾਲ ਆਪਣੇ ਵਸਤਰ ਗਿੱਲੇ ਹੋਣ ਦੇ ਡਰ ਕਰਕੇ ਇੱਥੇ ਹੀ ਖਲੋਤਾ ਰਿਹਾ, ਤਾਂ ਕਹਿੰਦੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਿ ਫਿਰ ਇਹ ਵੀ ਇੱਕ ਮੁਸ਼ਕਿਲ ਹੈ ਕਿ ਰਾਹਾਂ ਤਾਂ ਟੁੱਟੈ ਨੇਹੋਂ। ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕ ਦੇ ਭਾਵ ਬੜੇ ਗਹਿਰੇ ਹਨ। ਜਦ ਅਸੀਂ ਧਰਮ ਦੇ ਮਾਰਗ 'ਤੇ ਚੱਲਦੇ ਹਾਂ ਤਾਂ ਸਾਡੇ ਮਨ ਦੀਆਂ ਹਜ਼ਾਰਾਂ ਤਰ੍ਹਾਂ ਦੀਆਂ ਹਾਲਾਤਾਂ ਹੁੰਦੀਆਂ ਨੇ। ਬਾਣੀ 'ਚ ਤਾਂ ਵਾਕ ਨੇ, ਮਨ ਕੇ ਅਦਕ ਤਰੰਗ ਕਿਉ ਦਰ ਸਾਹਿਬ ਛੁੱਟੀ ਹੈ। ਇੱਕ ਸਥਿਤੀ ਹੈ, ਹੁਣ ਮਨ ਡਾਵਾਂ ਡੋਲ ਹੋ ਰਿਹਾ ਹੈ। ਇੱਕ ਤਰਫ ਜਿਹੜੀ ਪਹਿਲੀ ਸਾਧਨਾ ਕਰਦੇ ਆ ਰਹੇ ਹਨ ਕਿ ਰੋਜ਼ਾਨਾ ਜਾ ਕੇ ਨੇਮ ਬਣਾਇਆ ਹੈ ਅਤੇ ਉਸੇ ਨੇਮ ਨੇ ਪ੍ਰੇਮ ਦੀ ਅਵਸਥਾ ਤੱਕ ਲਿਆਂਦਾ ਹੈ। ਹੁਣ ਕੁਦਰਤੀ ਹੈ, ਅਸੀਂ ਪਹਿਲੀ ਦਫਾ ਗੁਰੂਦੁਆਰ ਆਵਾਂਗੇ ਤਾਂ ਉਹ ਹੋ ਸਕਦਾ ਅਸੀਂ ਕੇਵਲ ਇੱਕ ਨੇਮ ਦੇ ਵਿੱਚ ਆ ਜਾਈਏ, ਇੱਕ ਮਰਿਆਦਾ ਦੇ ਤੌਰ 'ਤੇ ਆ ਜਾਈਏ, ਜਾਂ ਧਾਰਮਿਕ ਜੀਵਨ ਦੀ ਜਿਤਨੀ ਕੁ ਸਾਨੂੰ ਸਮਝ ਹੈ ਉਹਦੇ ਵਿੱਚ ਆ ਜਾਈਏ। ਇਹੀ ਨੇਮ ਜੇ ਲਗਾਤਾਰ ਚੱਲਦਾ ਰਿਹਾ ਤਾਂ ਇਸ ਨੇਮ ਦੇ ਵਿੱਚੋਂ ਜਦੋਂ ਸਾਨੂੰ ਆਪਣੇ ਜੀਵਨ ਦੇ ਵੱਡੇ ਅਰਥ ਸਮਝ ਆਉਣੇ ਸ਼ੁਰੂ ਹੋ ਗਏ ਕਿ ਸਾਡੇ ਦੇ ਮਨ ਦੇ ਫੁਰਨਿਆਂ ਨੂੰ ਇੱਥੇ ਆ ਕੇ ਵਿਰਾਮ ਲੱਗਦਾ ਹੈ, ਸਾਡੇ ਅੰਦਰ ਦੇ ਬਲਦੀ ਹੋਈ ਦਵੈਸ਼ ਦੀ ਅਗਨੀ ਨੂੰ ਇੱਥੇ ਬੁਝਾਇਆ ਜਾਂਦਾ ਹੈ, ਸਾਡੇ ਔਗਣਾਂ ਦੀ ਜਿਹੜੀ ਮੈਲ ਹੈ ਉਹ ਇੱਥੇ ਆ ਕੇ ਉਤਰਦੀ ਹੈ। ਜਦੋਂ ਇਸ ਤਰ੍ਹਾਂ ਦੇ ਅਰਥਾਂ ਦੀ ਤਲਾਸ਼ ਹੋਣ ਲੱਗ ਪੈਂਦੀ ਹੈ ਤਾਂ ਫਿਰ ਗੁਰੂਦੁਆਰ ਆਉਣਾ, ਗੁਰੂ ਕੇ ਦਰਸ਼ਨ ਕਰਨਾ ਸਿੱਖ ਦਾ ਨੇਮ ਹੁੰਦਿਆਂ ਵੀ ਉਹ ਪ੍ਰੇਮ ਦੇ ਵਿੱਚ ਤਬਦੀਲ ਹੋ ਜਾਂਦਾ ਹੈ। ਇਸ ਕਰਕੇ ਦੁਨੀਆ ਦੇ ਸਾਰੇ ਸਾਧਕਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਨੇਮ ਬਿਨਾਂ ਪ੍ਰੇਮ ਨਹੀਂ। ਜਿਹਦੇ ਨੇਮ ਦੇ ਵਿੱਚ ਨਿਰੰਤਰਤਾ ਨਹੀਂ ਹੈ, ਕਦੀ ਨਾਗੇ ਪੈ ਗਏ, ਕਦੀ ਆਪਣੇ ਮਨ ਦੇ ਆਲਸ ਕਰਕੇ ਰੁਕਿਆ ਰਿਹਾ, ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਕਿ ਇਹ ਜਗਿਆਸੂ ਮਨ 'ਚ ਦੋਵੇਂ ਸਥਿਤੀਆਂ ਇਕੱਠੀਆਂ ਪੈਦਾ ਹੋ ਜਾਂਦੀਆਂ ਨੇ। ਇਕੱਲੀਆਂ ਬਾਬਾ ਫਰੀਦ ਸਾਹਿਬ ਜੀ ਦੇ ਜੀਵਨ 'ਚ ਨਹੀਂ, ਇਹ ਸਾਡੇ ਜੀਵਨ 'ਚ ਵੀ ਚੱਲਦੀਆਂ ਹਨ ਕਿ ਅਸੀਂ ਵੀ ਜਦ ਪ੍ਰਕਿਰਤਿਕ ਤੌਰ 'ਤੇ ਕੁਝ ਹਾਲਾਤ ਵਿਪਰੀਤ ਦੇਖ ਲਈਏ, ਜੇ ਪ੍ਰਕਿਰਤਿਕ ਤੌਰ 'ਤੇ ਹਾਲਾਤ ਚਲੋ ਨਾ ਵੀ ਮਾੜੇ ਹੋਣ ਜਾਂ ਬਦਲੇ ਨਾ ਹੋਣ, ਸਾਨੂੰ ਸਾਡੇ ਆਪਣੇ ਜੀਵਨ ਦੇ ਸੰਸਕਾਰ ਪ੍ਰਭਾਵਿਤ ਕਰ ਲੈਂਦੇ ਨੇ। ਜੇ ਆਪਣੇ ਜੀਵਨ ਦੇ ਵੀ ਸੰਸਕਾਰ ਪ੍ਰਭਾਵਿਤ ਨਾ ਕਰਨ ਤੇ ਪਰਿਵਾਰ ਦੀ ਸੀਮਾ ਪ੍ਰਭਾਵਿਤ ਕਰ ਲੈਂਦੀ ਹੈ। ਜੇ ਪਰਿਵਾਰ ਦੀ ਵੀ ਨਾ ਕਰੇ ਤੇ ਲੋਕਾਚਾਰੀ ਦੀ ਸਾਨੂੰ ਜਿਹੜੀ ਹੈ ਪ੍ਰਭਾਵਿਤ ਕਰ ਲੈਂਦੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਕਿ ਹੁਣ ਮਨ ਉਸ ਸਥਿਤੀ 'ਤੇ ਖੜ੍ਹਾ ਹੈ ਕਿ ਇੱਕ ਪਾਸੇ ਨੇਮ ਦੇ ਵਿੱਚ ਚੱਲਦਿਆਂ ਮਸਾਂ ਪ੍ਰੇਮ ਦੀ ਅਵਸਥਾ ਤੱਕ ਪਹੁੰਚਿਆ ਹਾਂ, ਪਰ ਅੱਜ ਉਸ ਪ੍ਰੇਮ ਦੀ ਜਿਹੜੀ ਸਾਧਨਾ ਹੈ ਉਹਦੇ ਸਾਹਮਣੇ ਗਲੀ ਦੇ ਚਿੱਕੜ ਨੇ ਅਤੇ ਬਾਰਿਸ਼ ਦੇ ਪਾਣੀ ਨੇ ਅਤੇ ਦੂਰੀ ਨੇ ਜਿਹੜਾ ਹੈ ਇੱਕ ਦੁਬਿਧਾ ਬਣਾ ਦਿੱਤੀ ਹੈ, ਚੱਲਾਂ ਕਿ ਨਾ ਚੱਲਾਂ। ਹੁਣ ਇਸ ਗੱਲ ਨੂੰ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਚੱਲਾਂ ਤਾਂ ਭਿੱਜੈ ਕੰਬਲੀ। ਜੇ ਚੱਲ ਪਿਆ ਤਾਂ ਕੰਬਲੀ ਭਿੱਜਣ ਦਾ ਡਰ ਹੈ। ਰਾਹਾਂ ਤਾਂ ਟੁੱਟੈ ਨੇਹੋਂ, ਜੇ ਇੱਥੇ ਰਹਿ ਗਏ ਅਤੇ ਅੱਜ ਦਾ ਦਿਨ ਜਿਹੜਾ ਹੈ ਉਹ ਨਹੀਂ ਗਿਣਿਆ ਜਾਏਗਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਨੂੰ ਇੱਕ ਦਫਾ ਉਹਨਾਂ ਦੇ ਕਿਸੇ ਨਿਜ਼ਾਮੂਦੀਨ ਔਲੀਆ ਨੇ ਪੁੱਛਿਆ ਸੀ ਬਾਬਾ ਫਰੀਦ ਸਾਹਿਬ ਜੀ ਨੂੰ ਕਿ ਜਿਹੜਾ ਸੂਰਜ ਚੰਦਰਮਾ ਨੇ ਇਹਨਾਂ ਦੀ ਵੀ ਗਰਦਸ਼ ਕਦੇ ਕਦੇ ਰੁਕ ਜਾਂਦੀ ਹੈ, ਸੂਰਜ ਕਈ ਦਿਨ ਨਹੀਂ ਚੜ੍ਹਦਾ, ਚੰਦਰਮਾ ਵੀ ਨਹੀਂ ਦੇਖਣ ਨੂੰ ਮਿਲਦਾ, ਕਈ ਵਾਰੀ ਪ੍ਰਕਿਰਤੀ ਦੇ ਵਿੱਚ ਹਾਲਾਤ ਐਸੇ ਬਣ ਜਾਂਦੇ ਨੇ। ਪਰ ਕੀ ਜਿਹੜਾ ਇੱਕ ਰੱਬੀ ਮਾਰਗ 'ਤੇ ਚੱਲਣ ਵਾਲਾ ਪ੍ਰੀਤਵਾਨ ਜਿਹਦੇ ਅੰਦਰ ਬੰਦਗੀ ਦੀ ਚਾਹਤ ਹੈ, ਜਿਹੜਾ ਅੱਲਾਹ ਤਾਲਾ ਦੇ ਨਾਲ ਮੁਹੱਬਤ ਕਰਦਾ ਹੈ, ਕੀ ਉਹਦੀ ਰੁਕਾਵਟ ਦੇ ਵਿੱਚ ਵੀ ਕਦੀ ਇੰਜ ਹੋ ਜਾਣਾ ਉਹਦੇ ਵੀ ਸਾਧਨਾਂ ਦੇ ਵਿੱਚ ਕਦੇ ਇੰਜ ਹੋ ਜਾਣਾ ਚਾਹੀਦਾ ਕਿ ਨਹੀਂ? ਤਾਂ ਬਾਬਾ ਫਰੀਦ ਸਾਹਿਬ ਜੀ ਨੇ ਬੜਾ ਕਮਾਲ ਦਾ ਉਸ ਨੂੰ ਜਵਾਬ ਦਿੱਤਾ ਸੀ ਕਿ ਨਿਜ਼ਾਮੂਦੀਨ ਔਲੀਆ ਜਿਹੜਾ ਪ੍ਰੀਤਵਾਨ ਹੁੰਦਾ ਹੈ ਨਾ, ਉਹਦੀ ਤੋਰ, ਉਹਦੀ ਚਾਲ ਦੇ ਸਾਹਮਣੇ ਜਿਹੜੀ ਬ੍ਰਹਿਮੰਡ ਦੀ ਚਾਲ ਹੈ ਉਹ ਵੀ ਪਿੱਛੇ ਰਹਿ ਜਾਂਦੀ ਹੈ। ਬਾਣੀ 'ਚ ਵਾਕ ਆਉਂਦਾ ਨਾ, ਝੱਖੜ ਝਾਂਗੀ ਮੀਹੋ ਵਰਸੈ ਭੀ, ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੈ ਬਹੁਕਾਰਾ, ਗੁਰ ਸਿੱਖ ਲੰਘ ਗੁਰ ਪਹਿ ਜਾਈ। ਕਹਿੰਦੇ ਕਿਸੇ ਪ੍ਰੀਤਵਾਨ ਨੂੰ ਕਿਸੇ ਨੇ ਕਿਹਾ ਕਿ ਤੂੰ ਰੋਜ਼ਾਨਾ ਜਾਨਾ, ਜੇ ਕਿਤੇ ਤੇਰੀਆਂ ਜਿਹੜੇ ਹਨ ਪੈਰ ਕੱਟ ਦਿੱਤੇ ਜਾਣ, ਲੱਤਾਂ ਕੱਟ ਦਿੱਤੀਆਂ ਜਾਣ, ਫਿਰ ਕੀ ਕਰਾਂਗਾ? ਕਹਿੰਦਾ ਕਿਸਰ ਕਿਸਰ ਕੇ ਜਾਵਾਂਗਾ। ਕਹਿੰਦਾ ਕਿ ਜੇ ਅੱਗੋਂ ਬਾਹਾਂ ਦੇ ਮਾੜਾ ਮੋਟਾ ਘਿਸਰਿਆ ਜਾਂਦਾ ਹੈ,
ਕਹਿੰਦਾ ਜੇ ਬਾਹਾਂ ਵੀ ਕੱਟ ਦਿੱਤੀਆਂ ਜਾਣ, ਕਹਿੰਦਾ ਪਲਸੇਟੇ ਲਾ ਕੇ ਜਾਵਾਂਗਾ, ਪਲਸੇਟੇ ਮਾਰ ਕੇ। ਕਹਿੰਦਾ ਜੇ ਉਹਦੇ ਤੋਂ ਵੀ ਤੈਨੂੰ ਬਿਲਕੁਲ ਹੀ ਹੀਣਾ ਕਰ ਦਈਏ, ਫਿਰ ਆਪਣੇ ਉੱਥੋਂ ਤੱਕ ਕਿਵੇਂ ਪਹੁੰਚੇਗਾ। ਕਹਿੰਦਾ ਫਿਰ ਮੇਰੇ ਨੇਤਰਾਂ ਦੇ ਵਿੱਚ ਇਤਨੀ ਤੇਜ਼ੀ ਹੈ, ਮਤਲਬ ਮਾਲਕ ਨੇ ਇਹ ਨੇਤਰਾਂ ਦੀ ਸ਼ਕਤੀ ਇੰਨੀ ਜ਼ਿਆਦਾ ਦਿੱਤੀ ਹੈ ਕਿ ਮੈਂ ਜਿੱਥੇ ਹੀ ਹੋਵਾਂਗਾ ਉੱਥੇ ਪ੍ਰਭੂ ਜਿਹੜਾ ਹੈ ਆਪਣੇ ਮੰਦਰ ਨੂੰ ਸਾਖਿਆਤ ਕਰਕੇ ਅਤੇ ਮੈਨੂੰ ਮੇਰਾ ਜੀਵਨ ਔਰ ਮੰਦਰ ਬਣਾ ਕੇ ਦਰਸ਼ਨ ਕਰਾ ਦੇ ਦੇਗਾ। ਇਤਨੀ ਵੱਡੀ ਪ੍ਰੀਤ ਹੈ। ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ, ਨਿਜ਼ਾਮੂਦੀਨ ਧਰਤੀ ਦੇ ਹਾਲਾਤਾਂ ਦੇ ਵਿੱਚ ਮਾਲਕ ਦੇ ਨੇਮ ਕਰਕੇ ਥੋੜ੍ਹਾ ਬਹੁਤਾ ਅੱਗਾ ਪਿੱਛਾ ਹੋ ਸਕਦਾ ਹੈ, ਪਰ ਜਿਹੜੇ ਪ੍ਰੀਤਵਾਨ ਹਨ ਉਹ ਕਦੀ ਇਹਨਾਂ ਦੀ ਪਰਵਾਹ ਨਹੀਂ ਕਰਦੇ ਅਤੇ ਉਹ ਚੱਲਦੇ ਰਹਿੰਦੇ ਹਨ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਰਾਹਾਂ ਤਾਂ ਟੁੱਟੈ ਨੇਹੋਂ। ਹੁਣ ਇੱਕ ਹੋਰ ਵੀ ਇਹਦੇ ਵਿੱਚ ਅਨੁਭਵ ਇਹ ਹੈ ਕਿ ਜਦੋਂ ਸਰਲ ਹਾਲਾਤ ਹੋਣ ਨਾ, ਜਦੋਂ ਹਾਲਾਤ ਮਾਫਕ ਹੋਣ, ਉਦੋਂ ਸਾਧਨਾ ਕਰਨ ਲੱਗਿਆ ਕੋਈ ਮੁਸ਼ਕਿਲ ਨਹੀਂ ਆਉਂਦੀ। ਕੁਦਰਤੀ ਤੌਰ 'ਤੇ ਪ੍ਰਕਿਰਤੀ ਇੱਕੋ ਢੰਗ ਨਾਲ ਚੱਲ ਰਹੀ ਹੈ, ਕਦੀ ਕੋਈ ਮੁਸ਼ਕਿਲ ਦਾ ਮੌਕਾ ਨਹੀਂ ਬਣ ਰਿਹਾ, ਤਾਂ ਸਾਧਨਾ ਕਰਨ 'ਚ ਕੋਈ ਮੁਸ਼ਕਿਲ ਨਹੀਂ ਹੈ, ਆਰਾਮ ਦੇ ਨਾਲ ਬੰਦਾ ਆ ਹੀ ਜਾਂਦਾ ਹੈ। ਜੀਵਨ ਦੇ ਨਿਹੋਂ ਦਾ ਪਤਾ ਹੀ ਉਦੋਂ ਲੱਗਦਾ ਹੈ ਕਿ ਜਦੋਂ ਕਿਸੇ ਤਰ੍ਹਾਂ ਦੀ ਔਕੜ ਦੇ ਵਿੱਚੋਂ ਗੁਜ਼ਰ ਕੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਰਾਹਾਂ ਤਾਂ ਟੁੱਟੈ ਨੇਹੋਂ, ਕਿ ਇਹਨਾਂ 'ਤੇ ਆਪਣਾ ਜ਼ੋਰ ਮਾਰ ਲਿਆ ਹੈ, ਚਿੱਕੜ ਨੇ ਵੀ ਆਪਣਾ ਜ਼ੋਰ ਮਾਰ ਲਿਆ ਹੈ, ਬਾਰਿਸ਼ ਵੀ ਪੂਰੀ ਤੇਜ਼ੀ ਨਾਲ ਹੋ ਰਹੀ ਹੈ, ਪਰ ਹੁਣ ਮੈਂ ਦੇਖਣਾ ਹੈ ਕਿ ਇਸ ਬਾਰਿਸ਼ ਦੇ ਸਾਹਮਣੇ ਜਾਂ ਇੱਕ ਚਿੱਕੜ ਦੀ ਦਲਦਲ ਦੇ ਸਾਹਮਣੇ ਮੇਰੇ ਪ੍ਰੇਮ ਦਾ ਕਿੰਨਾ ਕੁ ਜਿਹੜੀ ਅਵਸਥਾ ਸਾਬਤ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ, ਰਾਹਾਂ ਤਾਂ ਟੁੱਟੈ ਨੇਹੋਂ। ਇੱਕ ਪਾਸੇ ਇਹ ਅਹਿਸਾਸ ਵੀ ਹੈ ਕਿ ਮੇਰੀ ਮੁਹੱਬਤ ਹੈ ਗੁਰੂ ਚਰਨਾਂ ਦੇ ਨਾਲ, ਪਰ ਦੂਜੇ ਪਾਸੇ ਇਹ ਡਰ ਵੀ ਹੈ ਕਿ ਜੇ ਕਿਤੇ ਅੱਜ ਨਾਗਾ ਪੈ ਗਿਆ ਤਾਂ ਹੋ ਸਕਦਾ ਹੈ ਕਿ ਰਾਹਾਂ ਤਾਂ ਟੁੱਟੈ ਨੇਹੋਂ, ਫਿਰ ਜੀਵਨ ਦੇ ਵਿੱਚ ਉਹ ਬਾਤ ਨਾ ਬਣੇ। ਇੱਕ ਅਨੁਭਵ ਆਪਦੇ ਸਨਮੁਖ ਰੱਖਦਿਆਂ, ਜਦ ਅਸੀਂ ਨੇਮ ਦੇ ਵਿੱਚ ਪੈ ਕੇ ਸਾਡਾ ਕਿਤੇ ਸਾਨੂੰ ਲੱਗੇ ਕਿ ਸਾਡਾ ਪ੍ਰੇਮ ਬਣ ਗਿਆ ਹੈ, ਤਾਂ ਯਾਦ ਰੱਖਣਾ ਕਿ ਪ੍ਰੇਮ ਦੇ ਵਿੱਚ ਸਦ ਹਾਜ਼ਰੀ ਰਹਿੰਦੀ ਹੈ, ਗੈਰ ਹਾਜ਼ਰੀ ਨਹੀਂ ਚੱਲਦੀ। ਕਿਉਂਕਿ ਜਿਹੜੀਆਂ ਸਾਡੇ ਮੁਰਸ਼ਿਦ ਦੀਆਂ, ਸਾਡੇ ਗੁਰੂ ਦੀਆਂ ਅਵਸਥਾਵਾਂ ਨੇ, ਉਹਦੇ ਉਪਦੇਸ਼ ਨੇ, ਉਹ ਨਿੱਤ ਨਵੇਂ ਨੇ। ਸਾਡੇ ਜੀਵਨ ਦੇ ਕਿੰਨੇ ਗੁਹਜ ਭੇਦ ਰੋਜ਼ਾਨਾ ਖੁੱਲ੍ਹਦੇ ਨੇ, ਕਿੰਨਿਆਂ ਦੇ ਵਿੱਚ ਨਵੀਆਂ ਪਰਤਾਂ ਸਮਝ ਆਉਂਦੀਆਂ ਨੇ। ਜਾਂ ਸਾਡੇ ਮੁਰਸ਼ਿਦ ਦੀ ਜਿਹੜੇ ਦਿਨ ਅਸੀਂ ਨਾਗਾ ਕਰ ਲਿਆ, ਉਸ ਦਿਨ ਉਹਦੀ ਰਹਿਮਤ ਦਾ ਰੂਪ ਕਿਹੋ ਜਿਹਾ ਸੀ, ਇਸ ਗੱਲ ਦਾ ਭੇਦ ਨਹੀਂ ਲੱਗ ਸਕਦਾ। ਇਸ ਕਰਕੇ ਸਾਨੂੰ ਇਹ ਦੁਨਿਆਵੀ ਕਿਸਮ 'ਚ ਚੱਲਦਾ ਹੈ, 4-5 ਦਿਨ ਦੀ ਛੁੱਟੀ ਚਾਹੀਦੀ ਹੈ, 1-2 ਦਿਨ ਦੀ ਛੁੱਟੀ ਚਾਹੀਦੀ ਹੈ। ਅਧਿਆਤਮਿਕ ਨੇਮ ਦੇ ਵਿੱਚ ਉਦਾਹਰਨ ਦੇ ਤੌਰ 'ਤੇ ਕਦੇ ਦੇਖ ਲੈਣਾ, ਇਕੱਲੀ ਇਹੀ ਗੱਲ ਨਹੀਂ ਅਧਿਆਤਮਿਕਤਾ ਦੀ, ਜਿਹੜੇ ਬੰਦੇ ਦੁਨਿਆਵੀ ਤਲ 'ਤੇ ਵੀ ਕਿਸੇ ਕਲਾ ਦੇ ਨਾਲ ਜੁੜੇ ਹੁੰਦੇ ਨੇ, ਕੁਦਰਤੀ ਹੈ ਜਿਹੜੇ ਦੁਨਿਆਵੀ ਤੌਰ 'ਤੇ ਕਲਾ ਨਾਲ ਜੁੜੇ ਹੁੰਦੇ ਹਨ, ਉਹਨਾਂ ਦੇ ਲਈ ਛੁੱਟੀ ਜਾਂ ਬੇਆਰਾਮੀ ਜਾਂ ਸਰੀਰਕ ਹਾਲਾਤਾਂ ਦਾ ਵਿਗੜ ਜਾਣਾ ਵੀ ਉਹਨਾਂ ਦੇ ਲਈ ਕੋਈ ਮਾਇਨੇ ਨਹੀਂ ਰੱਖਦਾ। ਕਿਉਂਕਿ ਉਹਨਾਂ ਨੇ ਆਪਣੇ ਪ੍ਰੇਮ ਨੂੰ ਵੱਡਾ ਕਰ ਲਿਆ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ, ਰਾਹਾਂ ਤਾਂ ਟੁੱਟੈ ਨੇਹੋਂ। ਇਹ ਤਾਂ ਭਾਵ ਹੋ ਗਿਆ ਜਿਹੜਾ ਸ਼ਬਦ ਦਾ ਸਰਲ ਭਾਵ ਹੈ ਸ਼ਲੋਕ ਦਾ। ਹੁਣ ਬਾਬਾ ਫਰੀਦ ਸਾਹਿਬ ਜੀ ਇਹਦਾ ਅਧਿਆਤਮਿਕ ਭਾਵ ਆਖਦੇ ਹਨ। ਹੁਣ ਕੁਦਰਤੀ ਹੋ ਸਕਦਾ ਹੈ, ਜਿਵੇਂ ਕਈ ਪ੍ਰਦੇਸ਼ਾਂ 'ਚ ਲਗਾਤਾਰ ਬਾਰਿਸ਼ ਹੁੰਦੀ ਨਹੀਂ 2-2 ਸਾਲ, ਜਾਂ ਕੁਦਰਤੀ ਅੱਜ ਕੱਲ੍ਹ ਰਾਹ ਪੱਕੇ ਹੋ ਗਏ ਨੇ, ਚਿੱਕੜ ਦੀ ਕੋਈ ਸਥਿਤੀ ਬਣ ਹੀ ਨਹੀਂ ਰਹੀ, ਤਾਂ ਫਿਰ ਬੰਦਾ ਕਹੇਗਾ ਮੇਰਾ ਤਾਂ ਰਾਹ ਵੀ ਕੰਕਰੀਟ ਹੈ, ਸਾਡੇ ਇਲਾਕੇ 'ਚ ਬਾਰਿਸ਼ ਵੀ ਨਹੀਂ ਹੁੰਦੀ, ਜੇ ਹੋ ਜਾਵੇ ਤਾਂ ਜਿਹੜੇ ਹਨ ਨਿਕਾਸੀ ਦੇ ਪ੍ਰਬੰਧ ਬੜੇ ਚੰਗੇ ਨੇ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਫਿਰ ਇਹਦੀ ਸ਼ਲੋਕ ਦਾ ਭਾਵ ਕੀ ਬਣਦਾ ਹੈ, ਗਲੀਏ ਚਿੱਕੜ ਦੂਰ ਕਰ। ਅੱਜ ਮਾਲਕ ਦੇ ਦਰ 'ਤੇ ਜਾਣ ਦੀ ਚਾਹਤ ਉੱਠੀ ਹੈ, ਤਾਂ ਜਿਹੜਾ ਮਨ ਦੀਆਂ ਗਲੀਆਂ, ਬੁੱਧੀ ਦੀਆਂ ਗਲੀਆਂ, ਚਿੱਤ ਦੀਆਂ ਗਲੀਆਂ, ਸੁਰਤ ਦੀਆਂ ਗਲੀਆਂ, ਕਹਿੰਦੇ ਮਨ ਦੀ ਗਲੀ ਜਿਹੜੀ ਹੈ ਚਿੱਕੜ ਨਾਲ ਭਰ ਗਈ ਹੈ। ਚਿੱਕੜ ਨਾਲ ਕੀ ਹੈ ਕਿ ਸਵੇਰੇ ਇੱਕ ਤਰਫ ਖਿਆਲ ਆਇਆ ਕਿ ਮੁਰਸ਼ਿਦ ਦੇ ਚਰਨਾਂ ਵਿੱਚ ਪਹੁੰਚਿਆ ਜਾਏ, ਦੂਜੇ ਪਾਸੇ ਮਨ ਦੇ ਤਲ 'ਤੇ ਬਣਿਆ ਹੋਇਆ ਚਿੱਕੜ ਨੇ ਖਿਆਲ ਦਿੱਤਾ ਕਿ ਨਹੀਂ ਕੁਝ ਸਮਾਂ ਹੋਰ ਬਿਸਤਰੇ ਦੀ ਆਲਸ ਦਾ ਲਾਭ ਉਠਾਇਆ ਜਾਵੇ। ਇੱਕ ਤਰਫ ਮਨ ਨੇ ਖਿਆਲ ਦਿੱਤਾ ਕਿ ਜਲਦੀ ਚੱਲੀਏ ਅਤੇ ਆਪਣੇ ਮੁਰਸ਼ਿਦ ਪਾਸ ਜਾ ਕੇ ਬੈਠੀਏ, ਦੂਜੇ ਪਾਸੇ ਮਨ ਦੀ ਗਲੀ ਵਿੱਚ ਪਏ ਹੋਏ ਵਾਸਨਾ ਦੇ, ਤ੍ਰਿਸ਼ਨਾ ਦੇ ਅਤੇ ਹੋਰ ਵਿਕਾਰਾਂ ਦੇ ਚਿੱਕੜ ਨੇ ਕਿਹਾ ਉੱਥੇ ਜਾ ਕੇ ਕੀ ਕਰਨਾ ਹੈ। ਕਹਿਣ ਲੱਗੇ ਇਸ ਕਰਕੇ ਉਸ ਗਲੀ ਦੇ ਵਿੱਚੋਂ ਜਿਹੜੀ ਗਲੀ ਚਿੱਕੜ ਨਾਲ ਭਰੀ ਹੋਈ ਹੈ, ਇਹਦਾ ਭਾਵ ਹੈ ਤਾਂ ਨੇਮ ਜ਼ਰੂਰੀ ਹੈ। ਹੁਣ ਜਦੋਂ ਕੁਦਰਤੀ ਹੈ, ਜਿੱਥੇ ਕੱਚਾ, ਹੁਣ ਚਿੱਕੜ ਤਾਂ ਉੱਥੇ ਹੋਏਗਾ ਜਿੱਥੇ ਮਿੱਟੀ ਕੱਚੀ ਹੈ। ਹੁਣ ਜਿਹੜੇ ਮਨ ਦੇ ਸੰਸਕਾਰ ਧਰਮ ਦੀ ਸਾਧਨਾ ਨਾਲ ਜੁੜੇ ਹੀ ਨਹੀਂ ਹਨ,
ਜਿਨ੍ਹਾਂ ਨੇ ਕਦੇ ਅੰਮ੍ਰਿਤ ਵੇਲੇ 4-5 ਵਜੇ ਉੱਠ ਕੇ ਬਾਣੀ ਦਾ ਇਸ਼ਨਾਨ ਕਰਕੇ ਬਾਣੀ ਦਾ ਅਭਿਆਸ ਹੀ ਨਹੀਂ ਕੀਤਾ, ਜਾਂ ਮਾਲਕ ਦੀ ਸਿਫਤ ਦੇ ਨਾਲ ਜੁੜ ਕੇ ਆਪਣੇ ਜੀਵਨ ਦੇ ਠਹਿਰਾਓ ਨੂੰ ਜਾਣਿਆ ਹੀ ਨਹੀਂ, ਉਹ ਕਿੱਥੋਂ ਜਾਣ ਲੈਣਗੇ ਕਿ ਭਗਤੀ ਦਾ ਜਿਹੜਾ ਅਨੁਭਵ ਹੈ ਉਹ ਜੀਵਨ ਦੇ ਵਿੱਚ ਵਾਕਿਆ ਹੀ ਸਹਿਜ ਕਰ ਦਿੰਦਾ ਹੈ। ਇਸ ਕਰਕੇ ਮਨ ਦੇ ਤਾਂ ਸੰਸਕਾਰ ਬਣਾਏ ਹੋਏ ਹਨ ਚਿੱਕੜ ਵਾਲੇ, ਭਾਵ ਕਿ ਕੱਚੇ ਹਨ, ਅਤੇ ਕੱਚਿਆਂ ਦੇ ਵਿੱਚ ਕਦੇ ਲੋਭ ਭਾਰੂ ਹੋ ਜਾਂਦਾ ਹੈ, ਕਦੇ ਅਹੰਕਾਰ ਅਤੇ ਕਦੇ ਮੋਹ ਭਾਰੂ ਹੋ ਜਾਂਦਾ। ਹੁਣ ਕੁਦਰਤੀ ਆਰੰਭ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਹੋ ਸਕਦਾ ਪ੍ਰਕਿਰਤਕ ਹਾਲਾਤ ਸਾਡੀ ਬੰਦਗੀ ਦੇ ਵਿੱਚ ਮੁਸ਼ਕਲ ਨਾ ਪਾਉਣ, ਪਰ ਮਨ ਦੇ ਤਲ 'ਤੇ ਬਣਿਆ ਹੋਇਆ ਚਿੱਕੜ, ਮਨ ਦੇ ਤਲ 'ਤੇ ਬਣੇ ਹੋਏ ਚਿੱਕੜ ਦਾ ਪਹਿਲਾ ਲੱਛਣ ਹੈ ਸਾਡਾ ਆਪਣਾ ਆਲਸ ਹੀ ਸਾਨੂੰ ਸਾਡੇ ਕਰਮ ਤੋਂ ਦੂਰ ਲੈ ਜਾਏ। ਸ਼ੁਭ ਖਿਆਲ ਤਾਂ ਆ ਗਿਆ, ਪਰ ਆਪਣਾ ਹੀ ਸਰੀਰ ਦਾ ਆਲਸ ਸਾਨੂੰ ਉਸ ਗੱਲ ਤੋਂ ਰੋਕ ਦੇਵੇ। ਜੇ ਉਹਨੂੰ ਉਲੰਘ ਗਏ ਤਾਂ ਅੱਗੇ ਹੋ ਸਕਦਾ ਪਰਿਵਾਰ ਦੀ ਸੀਮਾ ਸਾਡੀ ਬੰਦਗੀ ਦੇ ਵਿੱਚ ਵਾਧਾ ਬਣ ਜਾਏ ਕਿ ਨਹੀਂ, ਪੁੱਤਰ ਨੇੜੇ ਹੋਰ ਘੰਟਾ ਬੈਠ ਲੈਂਦੇ ਹਾਂ, ਇਸਤਰੀ ਦੇ ਨਾਲ 20 ਮਿੰਟ ਗੱਲਾਂ ਹੋਰ ਮਾਰ ਲੈਂਦੇ ਹਾਂ, ਜਾਂ ਆਪਣੇ ਘਰ ਦੀਆਂ ਚੀਜ਼ਾਂ ਚੂਜ਼ਾਂ ਨੂੰ ਸਵਾਰਨ ਦੇ ਵਿੱਚ ਅੱਧਾ ਘੰਟਾ ਹੋਰ ਲਾ ਲੈਂਦੇ ਹਾਂ, ਪਰਿਵਾਰ ਵੀ ਵਾਧਾ ਬਣ ਸਕਦਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਕਿ ਗਲੀਏ ਚਿੱਕੜ, ਜਿਹੜੇ ਮਨ ਨੇ ਆਪਣੇ ਆਪ ਨੂੰ ਧਰਮ ਦੇ ਸਦਗੁਣਾਂ ਨਾਲ ਸਾਧਿਆ ਨਹੀਂ, ਉਹਦੇ ਵਿੱਚ ਵਿਕਾਰ, ਆਸਾ, ਮਨਸਾ, ਵਾਸਨਾ ਪਈ ਹੋਣ ਕਰਕੇ ਚਿੱਕੜ ਬਣਿਆ ਹੈ। ਅਤੇ ਕਹਿੰਦੇ ਇਹ ਚਿੱਕੜ ਹੈ ਅਤੇ ਇਹਨੂੰ ਲੰਘਣਾ ਬੜਾ ਔਖਾ ਹੈ। ਕਦੇ ਆਪਣੇ ਆਲਸ ਤੋਂ ਪਾਰ ਪਾਈਏ, ਕਦੇ ਪਰਿਵਾਰਕ ਸੀਮਾ ਤੋਂ ਪਾਰ ਪਾਈਏ, ਕਦੇ ਘਰ ਦੇ ਕੰਮਾਂ ਦੀ ਖਿੱਚ ਤੋਂ ਪਾਰ ਪਾਈਏ, ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਇਸ ਚੀਜ਼ ਦੇ ਵਿੱਚੋਂ ਨਿਕਲ ਕੇ ਗੁਰਦੁਆਰ ਤੱਕ ਜਾਣਾ ਦੂਰ ਲੱਗਦਾ ਹੈ। ਇਸ ਕਰਕੇ ਗਲੀਏ ਚਿੱਕੜ ਦਾ ਇੱਕ ਹੋਰ ਵੀ ਭਾਵ ਇਹ ਹੈ ਕਿ ਜਿਹੜਾ ਮਨ ਹੈ ਉਂਝ ਕੁਝ ਨਹੀਂ ਹੈ, ਮਨ ਆਪਣੀ ਹਸਤੀ ਦਾ ਪ੍ਰਗਟਾਵਾ ਕਰਦਾ ਹੈ ਕਰਮ ਇੰਦਰੀਆਂ ਦੁਆਰਾ। ਹੁਣ ਕੁਦਰਤੀ ਹੈ ਕੰਨਾਂ ਨੂੰ ਲੱਗਿਆ ਹੋਇਆ ਨਿੰਦਿਆ ਦਾ ਚਿੱਕੜ, ਅਤੇ ਗੁਰੂ ਕੇ ਸ਼ਬਦ ਦੇ ਵਿੱਚ ਤਾਂ ਅਕਾਲ ਪੁਰਖ ਦੀ ਸਿਫਤ ਸਲਾਹ ਜਾਂ ਗਿਆਨ ਦੀ ਗਹਿਰੀ ਵਿਚਾਰ ਸੁਣਨ ਨੂੰ ਮਿਲੇਗੀ। ਕੁਦਰਤੀ ਹੈ ਮਨ ਦੇ ਅੰਦਰ ਹੈ ਕੂੜ, ਜਿਹੜਾ ਨੇਤਰਾਂ ਦੇ ਵਿੱਚ ਕਾਮੁਕ ਦ੍ਰਿਸ਼ਾਂ ਦੇਖਣ ਦੀ ਚਾਹਤ ਚੱਲਦੀ ਰਹਿੰਦੀ ਹੈ, ਅਤੇ ਜਿਹੜਾ ਮੁਰਸ਼ਦ ਦੇ ਦਰਸ਼ਨਾਂ ਤੱਕ ਪਹੁੰਚ ਕੇ ਜਾਣਾ ਉੱਥੇ ਆਪਣ ਨੇਤਰਾਂ ਨੂੰ ਪਵਿੱਤਰਤਾ ਧਾਰਨ ਕਰਨ ਲਈ ਕਿਹਾ ਜਾਂਦਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਕਿ ਮਨ ਰੂਪ ਮੁਹੱਲੇ ਦੇ ਵਿੱਚ ਜਿਹੜੀਆਂ ਕਰਮ ਇੰਦਰੀਆਂ ਦੀਆਂ ਗਲੀਆਂ ਹਨ ਅਤੇ ਉਹਨਾਂ ਦੇ ਵਿੱਚ ਬੁਰੇ ਸੰਸਕਾਰਾਂ ਦੇ ਜਿਹੜੇ ਚਿੱਕੜ ਬਣੇ ਹੋਏ ਹਨ, ਜਿਹੜੇ ਨਹੀਂ ਚੱਲਣ ਦਿੰਦੇ, ਜਿਹੜੇ ਚੱਲਣ ਤੋਂ ਪਹਿਲਾਂ ਭੈ ਪੈਦਾ ਕਰ ਦਿੰਦੇ ਹਨ। ਹੁਣ ਕੁਦਰਤੀ ਕਈ ਵਾਰੀ ਕਈਆਂ ਨੇ ਆਪਣਾ ਅਨੁਭਵ ਸਾਂਝਾ ਕੀਤਾ ਹੈ ਕਿ ਘਬਰਾਹਟ ਹੋਣ ਲੱਗ ਪੈਂਦੀ ਹੈ ਜਦ ਧਿਆਨ ਸਾਧਨਾ ਜੁੜ ਕੇ ਬੈਠਦੇ ਹਾਂ, ਉਬਾਸੀਆਂ ਆਉਣ ਲੱਗ ਪੈਂਦੀਆਂ ਨੇ, ਕਰਮ ਨੂੰ ਛੱਡਣ ਨੂੰ ਜੀ ਕਰਦਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਹੜੇ ਮਨ ਦੇ ਅਸਾਧੇ ਹੋਏ ਸੰਸਕਾਰ ਨੇ, ਜਿਨ੍ਹਾਂ ਦੇ ਵਿੱਚ ਵਿਕਾਰਾਂ ਦੇ ਫੁਰਨੇ ਪਏ ਹਨ, ਉਹ ਬੰਦਗੀ ਦੇ ਮਾਰਗ ਤੋਂ ਚੱਲਣ ਦੇ ਲਈ ਮੁਸ਼ਕਿਲ ਪੈਦਾ ਕਰਦੇ ਹਨ। ਨਾਲ ਪਿਆਰੇ ਨੇਹੋ, ਕਹਿੰਦੇ ਹੁਣ ਇਹ ਬਾਧਾ ਕਿਵੇਂ ਪੈਂਦੀ ਹੈ? ਮਨ ਦੇ ਅੱਗੇ ਫੁਰਨਾ ਆਇਆ ਬੰਦਗੀ ਦਾ, ਮਨ ਨੇ ਜਿਹੜੇ ਚੀਜ਼ਾਂ ਤੋਂ ਪ੍ਰਭਾਵਿਤ ਹੈ ਉਹ ਸਾਰੇ ਫੁਰਨੇ ਅੱਗੇ ਲਿਆ ਕੇ ਰੱਖ ਦਿੱਤੇ ਨੇ। ਕਹਿੰਦੇ ਬੜੀ ਮੁਸ਼ਕਿਲ ਦੇ ਨਾਲ ਮਨ ਦੀ ਗਲੀ ਉਲੰਘ ਕੇ ਅੱਗੇ ਗਏ, ਮਨ ਦੇ ਚਿੱਕੜ ਨੂੰ ਲੰਘ ਕੇ ਅੱਗੇ ਗਏ। ਕਹਿੰਦਾ ਅੱਗੇ ਬੁੱਧੀ ਨੇ ਆਪਣੀ ਚਤੁਰਾਈ ਵਰਤਣੀ ਸ਼ੁਰੂ ਕਰ ਦਿੱਤੀ। ਬੁੱਧੀ ਕਹਿਣ ਲੱਗੀ 45 ਮਿੰਟ ਖਰਾਬ ਹੀ ਹੋਣਗੇ, ਚੰਗਾ ਘਰ ਦਾ ਕੰਮ ਕਰ ਲਈਏ। ਜਦੋਂ ਬੁੱਧੀ ਛੋਟੀ ਹੋਵੇ ਤਾਂ ਫਿਰ ਛੋਟੇ ਹੀ ਅਰਥ ਘੜੇਗੀ ਨਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਿਰ ਬੁੱਧੀ ਰੂਪ ਗਲੀ ਦੇ ਚਿੱਕੜ ਨੇ ਭਰਮਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਉੱਥੇ ਕੋਈ ਜਾ ਕੇ ਆਰਥਿਕ ਲਾਭ ਤਾਂ ਹੋਣਾ ਨਹੀਂ, ਨਾ ਹੀ ਕੋਈ ਜੀਵਨ ਦੇ ਵਿੱਚ ਬੜੀ ਵੱਡੀ ਪ੍ਰਸਿੱਧੀ ਮਿਲਣੀ ਹੈ। ਕਹਿੰਦੇ ਇਸ ਕਰਕੇ ਬੁੱਧੀ ਰੂਪ ਗਲੀ ਦਾ ਚਿੱਕੜ ਵੀ ਪ੍ਰਭਾਵਿਤ ਕਰਨ ਨੂੰ ਜੀ ਕਰਦਾ ਹੈ। ਕਹਿੰਦੇ ਜੇ ਇਹਦੇ ਤੋਂ ਪਾਰ ਪਾ ਲਿਆ ਤਾਂ ਅੱਗੇ ਚਿੱਤ ਜਿਹੜਾ ਹੈ ਉਹ ਭਰਮਾਉਣ ਲੱਗਦਾ। ਚਿੱਤ ਕਹਿੰਦਾ ਆਪਣਾ ਤਾਂ ਕੰਮ ਹੀ ਨਹੀਂ ਹੈ, ਆਪਾਂ ਤਾਂ ਦੁਨਿਆਵੀ ਬੰਦੇ ਹਾਂ, ਅਸੀਂ ਅਧਿਆਤਮਿਕ ਹੋ ਕੇ ਕੀ ਲੈਣਾ ਹੈ, ਨਾਲੇ ਧਰਮ ਦੀ ਸਾਧਨਾ ਵਿੱਚ ਤਾਂ 10-15 ਸਾਲ ਲੱਗਦੇ ਨੇ, ਸਾਨੂੰ ਤਾਂ ਤੱਟ-ਫੱਟ ਫਲ ਚਾਹੀਦਾ। ਇਸ ਕਰਕੇ ਕਹਿੰਦੇ ਚਿੱਤ ਦਾ ਭਾਵ ਫਿਰ ਚਿੱਤ ਤੋਂ ਬੜੀ ਮੁਸ਼ਕਿਲ ਪਾਇਆ ਜਾਂਦਾ ਹੈ। ਫਿਰ ਅੱਗੇ ਸੁਰਤ ਆ ਜਾਂਦੀ ਹੈ। ਜੇ ਸੁਰਤ ਸੰਸਾਰ ਮੁਖੀ ਹੈ, ਬਾਹਰ ਮੁਖੀ ਹੈ, ਅਤੇ ਫਿਰ ਸੁਰਤ ਆਖਦੀ ਹੈ ਕਿ ਧਰਮ ਦੇ ਸਿਲਸਿਲੇ ਚੱਲਦੇ ਰਹਿਣੇ ਹਨ, ਤੂੰ ਅਜੇ ਆਪਣੇ ਜੀਵਨ ਦੇ ਕੰਮ ਕਾਜ ਪੂਰੇ ਕਰ ਲੈ, ਫਿਰ ਕਦੇ ਸਮਾਂ ਲੱਗਿਆ ਤੇ ਜਾ ਆਵਾਂਗੇ। ਕਹਿੰਦੇ ਇੰਨੇ ਕੁਝ ਨੂੰ ਉਲੰਘ ਕੇ ਫਿਰ ਕੁਦਰਤੀ ਹੈ ਦੂਰ ਕਰ, ਵਾਕਿਆ ਹੀ ਦੂਰ ਲੱਗਦਾ ਹੈ। ਹੁਣ ਕੁਦਰਤੀ ਹੈ ਜਿਤਨੇ ਜਗਿਆਸੂ ਆਉਂਦੇ ਨੇ ਜਾਂ ਜਿਤਨੇ ਨਹੀਂ ਆਉਂਦੇ, ਕਦੇ ਨਿੱਜ ਦੇ ਵਿੱਚ ਚਰਚਾ ਕਰ ਲੈਣਾ। ਜਿੰਨੀਆਂ ਬਾਧਾਵਾਂ ਦਾ ਜ਼ਿਕਰ ਕੀਤਾ ਹੈ ਇਹ ਸਾਰੀਆਂ ਹੋਣਗੀਆਂ। ਜਾਂ ਤਾਂ ਆਪਣੇ ਸਰੀਰ ਦਾ ਆਲਸ ਹੋਏਗਾ, ਜਾਂ ਪਰਿਵਾਰਕ ਜਿਹੜੀ ਕੋਈ ਸੀਮਾ ਹੈ, ਕੋਈ ਬਾਧਾ ਹੈ ਉਹ ਮੁਸ਼ਕਿਲ ਪਾਉਂਦੀ ਹੋਏਗੀ, ਜਾਂ ਆਪਣੇ ਜੀਵਨ ਦੇ ਜਿਹੜੇ ਬੁਰੇ ਸੰਸਕਾਰ ਹਨ,
ਜਿਹੜੀ ਮਾੜੀ ਸੰਗਤ ਵਿੱਚ ਬੈਠ ਬੈਠ ਕੇ ਮਨ ਨੂੰ ਮੈਲਾ ਕਰ ਲਿਆ ਹੈ, ਉਹੀ ਗੁਰੂ ਦੁਆਰ ਨਹੀਂ ਆਉਣ ਦਿੰਦਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਦੂਰ ਕਰ, ਕਿਹੜੀ ਕਿਹੜੀ ਗਲੀ ਨੂੰ ਲੰਘ ਕੇ ਜਾਵਾਂ। ਇਸ ਕਰਕੇ ਆਖਦੇ ਬਾਣੀ ਦੇ ਵਿੱਚ ਵਾਕ ਆਉਂਦਾ ਹੈ, ਐਬ ਤਨ ਚਿੱਕੜੋ ਇਹ ਮਨ ਮੀਡ ਕੋ ਕਮਲ ਕੀ ਸਾਰ ਨਹੀਂ ਮੂਲ ਪਾਈ। ਹੁਣ ਕੁਦਰਤੀ ਹੈ ਕਿ ਇੱਕ ਵਾਰੀ ਬੰਦਾ ਚਿੱਕੜ 'ਚ ਡਿੱਗ ਪਏ, ਲਿਬੜ ਜਾਏ, ਫਿਰ ਸ਼ਵੱਛ ਹੋਣ ਦੇ ਲਈ ਦੁਬਾਰਾ ਯਤਨ ਕਰਨਾ ਪੈਂਦਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਦੂਰ ਕਰ ਨਾਲ ਪਿਆਰੇ ਨੇਹੋਂ। ਅਤੇ ਨੇਹੋਂ ਦਾ ਭਾਵ ਹੁਣ ਇਹਦੇ ਵਿੱਚ ਕੀ ਬਣਦਾ ਹੈ ਕਿ ਜਿਹੜੀ ਹੁਣ ਜੀਵਨ 'ਚ ਮੈਲ ਆ ਗਈ ਹੈ, ਇਹ ਤਾਂ ਹੀ ਦੂਰ ਹੋਵੇਗੀ ਜੇ ਆਪਣੀ ਮੂਲ ਅਵਸਥਾ ਦੇ ਨਾਲ ਬੰਦੇ ਨੂੰ ਪਿਆਰ ਹੋਏਗਾ। ਹੁਣ ਅਸੀਂ ਚਿੱਕੜ ਦੇ ਨਾਲ ਲਿਬੜ ਜਾਈਏ ਤਾਂ ਤੁਰੰਤ ਸਾਫ਼ ਕਰਨ ਦਾ ਕਿਉਂ ਯਤਨ ਕਰਦੇ ਹਾਂ? ਸਾਨੂੰ ਸਫਾਈ ਦੇ ਨਾਲ, ਸ਼ਵੱਛਤਾ ਦੇ ਨਾਲ ਪਿਆਰ ਹੈ। ਇਸ ਕਰਕੇ ਕਹਿੰਦੇ ਜਿਹੜੀਆਂ ਮਨ ਦੀਆਂ ਵਾਸਨਾ ਰੂਪ ਗਲੀਆਂ ਲੰਘ ਕੇ ਜਾਣ ਦੀ ਚਾਹਤ ਹੈ, ਉਹ ਤਾਂ ਕਰਕੇ ਹੈ ਕਿ ਮੈਨੂੰ ਪਤਾ ਹੈ ਕਿ ਮਾਲਕ ਨੇ ਮਨ ਦੀ ਮੂਲ ਅਵਸਥਾ ਜਿਹੜੀ ਹੈ ਉਹ ਪਵਿੱਤਰ ਬਣਾਈ ਹੈ, ਅਤੇ ਸਾਡਾ ਪਵਿੱਤਰਤਾ ਦੇ ਨਾਲ ਪਿਆਰ ਹੋਣਾ ਚਾਹੀਦਾ, ਸ਼ੁੱਧਤਾ ਦੇ ਨਾਲ ਪਿਆਰ ਹੋਣਾ ਚਾਹੀਦਾ, ਭਾਵ ਕਿ ਮਨ ਵਿਕਾਰਾਂ ਦੇ ਅਧੀਨ ਨਹੀਂ ਹੋਣਾ ਚਾਹੀਦਾ। ਅਤੇ ਕਹਿੰਦੇ ਇਸ ਕਰਕੇ ਉਹ ਜਿਹੜਾ ਨੇਹੋਂ ਹੈ ਕਿ ਮਨ ਫਿਰ ਆਪਣੀ ਅਸਲ ਅਵਸਥਾ ਵਿੱਚ ਪਰਤ ਜਾਵੇ। ਕਹਿੰਦੇ ਇਸ ਕਰਕੇ ਚੱਲਾਂ ਤਾਂ ਭਿੱਜੈ ਕੰਬਲੀ ਡਰ ਲੱਗਦਾ ਹੈ। ਹੁਣ ਕੁਦਰਤੀ ਹੈ ਔਰ ਕਈ ਵੱਡੀ ਗੱਲ ਹੈ, ਦੁਨਿਆਵੀ ਤਲ 'ਤੇ ਬੰਦੇ ਵੱਧ ਤੋਂ ਵੱਧ ਦੁਬਿਧਾ ਦੇ ਵਿੱਚ ਸਾਲ 2 ਸਾਲ ਰਹਿੰਦੇ ਨੇ, ਧਾਰਮਿਕ ਤਲ 'ਤੇ ਦੁਬਿਧਾ ਦੇ ਵਿੱਚ ਸਾਰੀ ਜ਼ਿੰਦਗੀ ਬਤੀਤ ਹੋ ਜਾਂਦੀ। ਬੜਾ ਸਪਸ਼ਟ ਗਿਆਨ ਦੇ ਦਿੱਤਾ ਜਾਂਦਾ, ਜਿਵੇਂ ਕਈ ਨਿਕਟ ਵਰਤੀ ਨੇ, ਅਕਸਰ ਉਹਨਾਂ ਦਾ ਕਈ ਵਾਰੀ ਪ੍ਰਸ਼ਨ ਰਹਿੰਦਾ ਹੈ, ਚਲੋ ਕਈਆਂ ਦਾ ਹੱਲ ਹੋ ਗਿਆ, ਕਈਆਂ ਦਾ ਅਜੇ ਵੀ ਰਹਿੰਦਾ ਹੈ ਕਿ ਅੰਮ੍ਰਿਤ ਛਕੇ ਤੋਂ ਬਿਨਾਂ ਜ਼ਿੰਦਗੀ ਦੇ ਵਿੱਚ ਬੰਦਗੀ ਨਹੀਂ ਹੋ ਸਕਦੀ। ਆਪਣੀ ਜ਼ਿੰਦਗੀ ਦੇ ਬਰੀਕ ਅਨੁਭਵ ਵੀ ਉਹਨਾਂ ਦੇ ਸਾਹਮਣੇ ਰੱਖ ਦਿੱਤੇ ਨੇ, ਪਰ ਤਾਂ ਵੀ ਮਨ ਮੰਨਣ 'ਚ ਨਹੀਂ ਆ ਰਿਹਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਚੱਲਾਂ ਤਾਂ ਭਿੱਜੈ ਕੰਬਲੀ। ਬੜੇ ਵੱਡੇ ਡਰ ਰੱਖੇ ਹੋਏ ਨੇ, ਅਤੇ ਡਰ ਸਾਰੇ ਸਾਡੇ ਮਨ ਨੇ ਕ੍ਰੀਏਟ ਕੀਤੇ ਹੋਏ ਨੇ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਰਾਹਾਂ ਤਾਂ ਟੁੱਟੈ ਨੇਹੋਂ, ਜੇ ਰਹਿ ਪਏ ਤਾਂ ਨੇਹੋਂ ਟੁੱਟ ਜਾਏਗਾ, ਫਿਰ ਮੈਲੇ ਦੇ ਮੈਲੇ ਰਹਿ ਜਾਵਾਂਗੇ, ਪਵਿੱਤਰ ਹੋਣ ਦੀ ਕੋਈ ਚਾਹਤ ਨਹੀਂ ਹੈ। ਹੁਣ ਬਾਬਾ ਫਰੀਦ ਸਾਹਿਬ ਜੀ ਦਾ ਇਹ ਸਲੋਕ ਉਹਨਾਂ ਦੀ ਇੱਕ ਜੀਵਨ ਦੀ ਬੜੀ ਸੁੰਦਰ ਘਟਨਾ ਨਾਲ ਵੀ ਜੁੜਿਆ ਹੋਇਆ। ਜਦ ਬਾਬਾ ਫਰੀਦ ਸਾਹਿਬ ਜੀ ਨੌਜਵਾਨ ਸਨ, 18-19 ਸਾਲ ਦੀ ਉਮਰ ਦੇ ਵਿੱਚ ਖਵਾਜਾ ਕੁਤਬੁੱਦੀਨ ਬਖਤਿਆਰ ਕਾਕੀ ਦੇ ਪਾਸ ਦਿੱਲੀ ਚਲੇ ਗਏ। ਉੱਥੇ ਹੁਜਰੇ ਵਿੱਚ ਰਹਿ ਕੇ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ। ਬਹੁਤ ਘੱਟ ਖਾਂਦੇ ਸਨ, ਘੱਟ ਬੋਲਦੇ ਸਨ, ਸਾਰਾ ਦਿਨ ਭਗਤੀ ਦੇ ਵਿੱਚ, ਬੰਦਗੀ ਦੇ ਵਿੱਚ ਜੁੜੇ ਰਹਿਣਾ, ਮਾਲਕ ਦੀ ਇਬਾਦਤ ਦੇ ਨਾਲ ਲਵਲੀਨ ਰਹਿਣਾ। ਇੱਕ ਦਫਾ ਰਾਤ ਜਦੋਂ ਉਹਨਾਂ ਦੀ ਬੰਦਗੀ ਸਿਖਰ 'ਤੇ ਪੁੱਜ ਰਹੀ ਸੀ, ਉਹਨਾਂ ਦੇ ਮੁਰਸ਼ਿਦ ਖਵਾਜਾ ਕੁਤਬੁੱਦੀਨ ਬਖਤਿਆਰ ਕਾਕੀ ਨੇ ਰਾਤ ਸਮੇਂ ਉਹਨਾਂ ਦੇ ਕੋਲ ਕੁਝ ਫਕੀਰ ਆ ਠਹਿਰੇ, ਅਤੇ ਉਹਨਾਂ ਨੇ ਆ ਕੇ ਕਿਹਾ ਕਿ ਬਾਬਾ ਫਰੀਦ ਸਾਹਿਬ ਜੀ ਨੂੰ ਬੁਲਾ ਕੇ ਕਿਹਾ ਕਿ ਸਾਡੇ ਕੋਲੋਂ ਇਹ ਕੁਝ ਫਕੀਰ ਠਹਿਰੇ ਨੇ, ਇਹਨਾਂ ਦੀ ਸੇਵਾ ਕਰਨੀ ਹੈ, ਅਤੇ ਬਾਰਿਸ਼ ਦਾ ਮੌਸਮ ਹੈ, ਸਰਦੀ ਹੈ, ਅਤੇ ਇਹਨਾਂ ਨੂੰ ਕੁਝ ਨਿੱਘ ਪਹੁੰਚਾਉਣਾ, ਕੁਝ ਅੱਗ ਦਾ ਪ੍ਰਬੰਧ ਕੀਤਾ ਜਾਏ। ਤਾਂ ਬਾਬਾ ਫਰੀਦ ਸਾਹਿਬ ਜੀ ਅੱਗ ਦਾ ਪ੍ਰਬੰਧ ਕਿੱਥੋਂ ਕਰਦੇ? ਸਾਰੇ ਪਾਸੇ ਮੀਂਹ ਸੀ, ਬਾਲਣ ਆਦਿ ਗਿੱਲਾ ਸੀ, ਖਾਨਕਾਹਾਂ ਦੇ ਵਿੱਚ ਅੱਗ ਘੱਟ ਬਲਦੀ ਹੁੰਦੀ ਸੀ, ਕਦੇ ਕਦਾਏ ਤਾਂ ਭੋਜਨ ਬਣਦਾ ਸੀ। ਕਹਿੰਦੇ ਚਲੋ ਕਿਸੇ ਮੁਹੱਲੇ ਦੇ ਵਿੱਚੋਂ ਜਾ ਕੇ ਪਤਾ ਕਰ ਲਿਆਓ। ਬਾਬਾ ਫਰੀਦ ਸਾਹਿਬ ਜੀ ਚਲੇ ਗਏ। ਵੱਖੋ ਵੱਖ ਦੁਆਰ ਚੱਲਦਿਆਂ ਬੜੇ ਦਰਵਾਜ਼ੇ ਬੰਦ ਸਨ, ਇੱਕ ਦਰਵਾਜ਼ਾ ਖੁੱਲ੍ਹਾ ਹੋਇਆ ਮਿਲਿਆ। ਤਾਂ ਕੁਦਰਤੀ ਕਹਿੰਦੇ ਉਹ ਵੇਸਵਾ ਦਾ ਘਰ ਸੀ। ਕੁਦਰਤੀ ਜਦੋਂ ਉੱਥੇ ਜਾ ਕੇ ਅੱਗ ਦੀ ਚੰਗਿਆਰੀ ਦੀ ਮੰਗ ਕੀਤੀ, ਅਤੇ ਉਹ ਇਹਨਾਂ ਦੀ ਜਵਾਨੀ ਨੂੰ ਦੇਖ ਕੇ ਵੇਸਵਾ ਮੋਹਿਤ ਹੋ ਗਈ। ਇਹਨਾਂ ਦੇ ਜੀਵਨ ਦੀ ਜਿਹੜੀ ਸ਼ੋਭਾ ਸੀ, ਸੁੰਦਰਤਾ ਸੀ, ਤੇਜ਼ ਪ੍ਰਭਾਵ ਸੀ, ਉਹਨੇ ਉਹਦੇ ਮਨ ਨੂੰ ਹਰਨ ਕਰ ਲਿਆ, ਅਤੇ ਉਹਨੇ ਮੰਦ ਕਰਮ ਕਰਨ ਦੇ ਜਿਹੜੇ ਸਨ ਫੁਰਨੇ ਬਾਬਾ ਫਰੀਦ ਸਾਹਿਬ ਜੀ ਦੇ ਸਾਹਮਣੇ ਰੱਖ ਦਿੱਤੇ। ਪਰ ਬਾਬਾ ਫਰੀਦ ਸਾਹਿਬ ਜੀ ਨੇ ਕੋਈ ਵੀ ਧਿਆਨ ਨਾ ਦਿੱਤਾ, ਆਪਣੇ ਉਸੇ ਤਰ੍ਹਾਂ ਹੀ ਜਿਹੜੇ ਨੇਤਰ ਹੇਠਾਂ ਕਰਕੇ ਖੜ੍ਹੇ ਰਹੇ, ਅਤੇ ਕਹਿਣ ਲੱਗੇ ਕਿ ਨਹੀਂ ਤੁਸੀਂ ਅੱਗ ਦੇ ਦਿਓ, ਇਹਦੀ ਕੀਮਤ ਕਿਸੇ ਪੈਸਿਆਂ ਦੇ ਨਾਲ ਬਾਅਦ ਦੇ ਵਿੱਚ ਉਤਾਰ ਦੇਵਾਂਗੇ। ਉਹ ਕਹਿਣ ਲੱਗੀ ਨਹੀਂ, ਉਹਨੂੰ ਆਪਣਾ ਅਪਮਾਨ ਮਹਿਸੂਸ ਹੋਇਆ। ਕਹਿੰਦੀ ਜੇ ਅੱਗ ਲੈਣ ਦੀ ਇੰਨੀ ਜ਼ਿਆਦਾ ਹੀ ਚਾਹਤ ਹੈ ਤਾਂ ਆਪਣੇ ਅੱਗ ਵਾਂਗ ਲਟ ਲਟ ਕਰਦੇ ਬਲਦੇ ਨੇਤਰ ਹੀ ਦੇ ਦੇ। ਕਹਿੰਦੇ ਬਾਬਾ ਫਰੀਦ ਸਾਹਿਬ ਜੀ ਦਾ ਉਹਨੇ ਇੱਕ ਨੇਤਰ ਕੱਢ ਕੇ ਰੱਖ ਲਿਆ, ਭਾਵ ਆਪਣੇ ਅਪਮਾਨ ਦਾ ਬਦਲਾ ਲਿਆ ਕਿ ਮੇਰੀ ਮੰਦ ਵਾਸਨਾ ਨੂੰ ਅੱਗੋਂ ਨਾਂਹ ਕਰ ਦਿੱਤੀ। ਬਾਬਾ ਫਰੀਦ ਸਾਹਿਬ ਜੀ ਪੱਟੀ ਬੰਨ੍ਹ ਕੇ ਉਸੇ ਤਰ੍ਹਾਂ ਪਰਤ ਆਏ। ਖਵਾਜਾ ਕੁਤਬੁੱਦੀਨ ਬਖਤਿਆਰ ਕਾਕੀ ਦੀ ਸੰਗਤ ਵਿੱਚ ਫਕੀਰਾਂ ਦੀ ਸੇਵਾ ਕਰ ਦਿੱਤੀ। ਸਾਰਾ ਦਿਨ, ਸਾਰੀ ਰਾਤ ਬਤੀਤ ਹੋ ਗਈ। ਸਵੇਰ ਵੇਲੇ ਜਦ ਆਪਣੇ ਹੁਜਰੇ ਵਿੱਚ ਜਾਣ ਲੱਗਿਆਂ ਖਵਾਜਾ ਕੁਤਬੁੱਦੀਨ ਬਖਤਿਆਰ ਕਾਕੀ ਨੂੰ ਨਮਸਕਾਰ ਕਰਨ ਆਏ, ਸਜਦਾ ਕਰਨ ਆਏ, ਤਾਂ ਖਵਾਜਾ ਕੁਤਬੁੱਦੀਨ ਬਖਤਿਆਰ ਕਾਕੀ ਜਾਣਦੇ ਸਨ ਕਿ ਇਹ ਘਟਨਾ ਇਹਦੇ ਨਾਲ ਵਾਪਰੀ। ਕਹਿਣ ਲੱਗੇ ਫਰੀਦ, ਅੱਖ 'ਤੇ ਪੱਟੀ ਕਿਉਂ ਬੱਧੀ ਹੈ ਜਦੋਂ ਮਾਲਕ ਨੇ ਅੱਖਾਂ ਦੋਵੇਂ ਖੋਲ੍ਹੀਆਂ ਹੋਈਆਂ ਹਨ?
ਜਦੋਂ ਬਾਬਾ ਫਰੀਦ ਸਾਹਿਬ ਜੀ ਨੇ ਆਪਣੇ ਮੁਰਸ਼ਿਦ ਦੇ ਵਾਕ ਸੁਣੇ, ਵਾਕ ਬੜੇ ਕਮਾਲ ਦੇ ਹਨ। ਸਾਨੂੰ ਅਸਲ 'ਚ ਚੀਜ਼ਾਂ ਰਿਲਾਈਜ਼ ਨਹੀਂ ਹੁੰਦੀਆਂ। ਜਿਹੜੇ ਬੰਦਿਆਂ ਨੇ ਥੋੜ੍ਹਾ ਬਹੁਤਾ ਜ਼ਿੰਦਗੀ 'ਚ ਲਿਟਰੇਚਰ ਪੜ੍ਹਿਆ ਹੋਵੇ ਨਾ, ਉਹਨਾਂ ਨੂੰ ਪਤਾ ਹੈ ਕਿ ਕਿਸੇ ਗੱਲ ਦੇ ਵਿੱਚ ਕੀ ਚੀਜ਼ ਹੁੰਦੀ ਹੈ। ਖਵਾਜਾ ਕੁਤਬੁੱਦੀਨ ਬਖਤਿਆਰ ਕਾਕੀ ਨੇ ਕਿ ਮਾਲਕ ਨੇ 2 ਨੇਤਰ ਲਾਏ ਨੇ ਅਤੇ ਦੋਵੇਂ ਖੁੱਲ੍ਹੇ ਨੇ। ਦੋਵੇਂ ਖੁੱਲ੍ਹੇ ਨੇਤਰਾਂ ਦੇ ਬਾਵਜੂਦ, ਦੋਵਾਂ ਦੇ ਵਿੱਚ ਰੌਸ਼ਨੀ ਦੇ ਬਾਵਜੂਦ ਤੂੰ ਪੱਟੀ ਕਿਉਂ ਬੱਧੀ ਹੈ? ਉਹਨਾਂ ਇਹ ਨਹੀਂ ਕਿਹਾ ਕਿ ਪੱਟੀ ਕਿਉਂ ਲਾ ਦੇ, ਉਹ ਕਹਿਣ ਲੱਗੇ ਪੱਟੀ ਬੱਧੀ ਕਿਉਂ ਹੈ? ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ ਗੁਸਤਾਖੀ ਹੋ ਗਈ ਜੀ, ਹੁਣੇ ਲਾ ਦਿੰਦਾ। ਉਹਨਾਂ ਜਦੋਂ ਹੀ ਉਤਾਰੀ, ਉਹਨਾਂ ਦਾ ਨੇਤਰ ਸਾਬਤ ਸੀ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ, ਦੂਰ ਘਰ ਨਾਲ ਪਿਆਰੇ ਨੇਹੋ। ਇਹ ਚਿੱਕੜ ਕੱਲਾ ਇਹੀ ਨਹੀਂ ਕਿ ਜਿਹੜਾ ਉਹ ਮਨ ਦੇ ਵਕਾ, ਇਹ ਵੀ ਹੋ ਸਕਦਾ ਹੈ, ਕਿਉਂਕਿ ਮੁਰਸ਼ਿਦ ਨੇ ਤੁਹਾਡੀ ਅਵਸਥਾ ਨੂੰ ਸਿਖਰ 'ਤੇ ਲਿਜਾਣਾ। ਅਤੇ ਅੱਗੇ ਆਖਦੇ ਹਨ, ਚੱਲਾਂ ਤਾਂ ਭਿੱਜੈ ਕੰਬਲੀ, ਰਾਹਾਂ ਤਾਂ ਟੁੱਟੈ ਨੇਹੋ। ਹੋ ਸਕਦਾ ਇਸ ਤਰ੍ਹਾਂ ਦੀਆਂ ਵੀ ਅੜਚਨਾਂ ਆ ਜਾਣ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਅਗਲੇ ਸ਼ਲੋਕ ਵਿੱਚ ਅਨੁਭਵ ਰੱਖਦੇ ਹਨ, ਭਿੱਜੋ ਸਿੱਜੋ ਕੰਬਲੀ, ਅੱਲਾਹ ਵਰਸੋ ਮੇਹੋ। ਹੁਣ ਜਿਹੜਾ ਮਨ ਹੈ ਉਹ ਦੁਬਿਧਾ ਵਿੱਚੋਂ ਨਿਕਲ ਗਿਆ। ਗੁਰਬਾਣੀ ਵਿੱਚ ਵਾਕ ਆਉਂਦਾ, ਗੌੜੀ ਰਾਗ ਦੇ ਅੰਤਰਗਤ ਕਦੇ ਸ਼ਬਦ ਪੜ੍ਹਨਾ, ਐਸਾ ਕੋਏ ਜੇ ਦੁਬਿਧਾ ਮਾਰ ਗਵਾਵੈ, ਇਸਹੇ ਮਾਰ ਰਾਜ ਜੋ ਕਮਾਵੈ। ਬਾਬਾ ਫਰੀਦ ਸਾਹਿਬ ਜੀ ਆਖਦੇ ਕਿ ਹੁਣ ਮਨ ਦੁਬਿਧਾ ਦੇ ਵਿੱਚੋਂ, ਦੁਚਿੱਤੀ ਦੇ ਵਿੱਚੋਂ ਨਿਕਲ ਗਿਆ। ਹੁਣ ਇੱਕੋ ਹੀ ਗੱਲ ਰਹਿ ਗਈ ਹੈ ਕਿ ਬਾਰਿਸ਼ ਹੈ ਅਤੇ ਬਾਰਿਸ਼ ਵਿੱਚੋਂ ਗੁਜ਼ਰਾਂਗੇ ਤਾਂ ਕੁਦਰਤੀ ਹੈ ਕੰਬਲੀ ਭਿੱਜੇਗੀ। ਚਿੱਕੜ ਦੇ ਵਿੱਚੋਂ ਗੁਜ਼ਰਾਂਗੇ, ਕੁਦਰਤੀ ਹੈ ਕੁਝ ਛਿੱਟੇ ਪੈ ਜਾਣਗੇ ਵਸਤਰਾਂ ਦੇ ਉੱਪਰ। ਪਰ ਕਹਿੰਦੇ ਹੁਣ ਇਹ ਦ੍ਰਿਸ਼ਟੀਕੋਣ ਇਹ ਹੋ ਗਿਆ ਹੈ ਕਿ ਹੁਣ ਅਸੀਂ ਚਿੱਕੜ ਨੂੰ ਮੈਲ ਨਹੀਂ ਮੰਨਦੇ। ਹੁਣ ਅਸੀਂ ਗਿੱਲੇ ਹੋਣ ਨੂੰ ਜਿਹੜਾ ਹੈ ਬੁਰਾ ਨਹੀਂ ਮੰਨਦੇ। ਅਸਲ 'ਚ ਸਾਨੂੰ ਸਮਝ ਆ ਗਈ ਹੈ, ਅੱਲਾਹ ਵਰਸੋ ਮੇਹੋ, ਕਿ ਮਾਲਕ ਇਹ ਤਾਂ ਸਾਨੂੰ ਮੁਸ਼ਕਿਲ ਲੱਗ ਰਹੀ ਹੈ ਨਾ, ਪਰ ਇੱਕ ਪੱਖ ਤਾਂ ਇਹ ਵੀ ਹੈ ਕਿ ਮਾਲਕ ਦੀ ਰਹਿਮਤ ਦਾ ਮੀਂਹ ਵਰਸਿਆ ਹੈ। ਕਿੰਨੇ ਧਰਤੀ ਦੇ ਜੀਵ ਜੰਤ ਇਸ ਬਾਰਿਸ਼ ਦੇ ਨਾਲ ਤ੍ਰਿਪਤ ਹੋਏ ਹੋਣਗੇ। ਧਰਤੀ ਦੀ ਤਪਸ਼ ਘਟੀ ਹੈ ਇਸ ਮੀਂਹ ਦੇ ਨਾਲ। ਇਹ ਤਾਂ ਸਾਡਾ ਪੱਖ ਹੈ ਨਾ ਕਿ ਅੱਜ ਮੀਂਹ ਦੇ ਨਾਲ ਚਿੱਕੜ ਬਣ ਗਿਆ, ਪਰ ਉਸੇ ਮੀਂਹ ਦੇ ਨਾਲ ਮੌਸਮ ਠੰਡਾ ਹੋ ਗਿਆ ਹੈ। ਕਈ ਜੀਵਾਂ ਦੀ ਪਿਆਸ ਬੁਝ ਗਈ ਹੈ, ਜਿਹੜੀਆਂ ਫਸਲਾਂ ਆਦਿਕ ਹਨ ਉਹ ਵੀ ਤ੍ਰਿਪਤ ਹੋ ਗਈਆਂ ਹਨ। ਇਸ ਕਰਕੇ ਬਾਣੀ ਚਾਹੁੰਦਾ ਨਾ, ਮੀਂਹ ਪਿਆ ਪਰਮੇਸ਼ਰ ਪਾਇਆ। ਕਹਿਣ ਲੱਗੇ ਇਹ ਤਾਂ ਅਸਲ ਦੇ ਵਿੱਚ ਮਾਲਕ ਦੀ ਬਖਸ਼ਿਸ਼ ਦਾ ਰੂਪ ਡਿੱਗਿਆ ਹੈ। ਪਹਿਲਾ ਭਾਵ ਇਹਦਾ ਹੈ ਕਿ ਜਦੋਂ ਇਹ ਬਾਕੀ ਜੀਵਾਂ ਦੇ ਭਲੇ ਲਈ ਮੀਂਹ ਪਿਆ ਹੈ ਤਾਂ ਫਿਰ ਮੈਂ ਇਹਨੂੰ ਨੁਕਸਾਨ ਜਾਂ ਇਹਨੂੰ ਉਲਟ ਕਿਉਂ ਗਿਣ ਰਿਹਾ ਹਾਂ। ਪਹਿਲਾ ਭਾਵ ਇਹ ਹੈ। ਦੂਜਾ ਭਾਵ ਹੈ ਅੱਲਾਹ ਵਰਸੋ ਮੇਹੋ ਦਾ ਭਾਵ, ਕਿਉਂ ਜੇ ਮੇਰਾ ਰੋਜ਼ਾਨਾ ਦਾਅਵਾ ਰਹਿੰਦਾ ਸੀ ਕਿ ਮੈਂ ਬੜਾ ਪ੍ਰੇਮੀ ਹਾਂ, ਮੈਂ ਕਦੇ ਨਾਗਾ ਨਹੀਂ ਪਾਉਂਦਾ ਛੇਤੀ ਕੀਤਿਆਂ, ਅਤੇ ਕਹਿੰਦੇ ਅੱਜ ਜਿਹੜਾ ਮੀਂਹ ਹੈ ਉਹਨੇ ਮੇਰੇ ਅੰਦਰ ਦੇ ਬਣੇ ਹੋਏ ਪ੍ਰੇਮ ਨੂੰ ਇੱਕ ਪ੍ਰੀਖਿਆ ਵਿੱਚ ਪਾ ਕੇ ਅਤੇ ਉਹਦੇ ਅੰਦਰ ਕਿੰਨੀ ਕੁ ਸ਼ੁੱਧਤਾ, ਕਿੰਨੀ ਕੁ ਦ੍ਰਿੜਤਾ ਬਣ ਗਈ, ਉਹਦੇ ਪਰਖਣ ਦਾ ਮੌਕਾ ਦਿੱਤਾ ਹੈ। ਅਤੇ ਜੇ ਮੈਂ ਇਸ ਪਰਖ ਵਿੱਚੋਂ ਗੁਜ਼ਰ ਗਿਆ ਤਾਂ ਮੈਨੂੰ ਸਪਸ਼ਟ ਹੋ ਜਾਏਗਾ ਕਿ ਮੇਰੀ ਪ੍ਰੀਤ ਦੁਨਿਆਵੀ ਕਿਸਮ ਦੀ ਨਹੀਂ ਹੈ, ਇਹ ਪੂਰੀ ਨਿਭਣ ਵਾਲੀ। ਇਸ ਕਰਕੇ ਆਖਦੇ ਹਨ, ਭਿੱਜੋ ਸਿੱਜੋ ਕੰਬਲੀ, ਕਿਸੇ ਗੱਲ ਦੀ ਪਰਵਾਹ ਨਹੀਂ ਬਸਤਰ ਭਿੱਜ ਜਾਣ। ਅੱਲਾਹ ਵਰਸੋ ਮੇਹੋ, ਜਾਏ ਮਿਲਾ ਤਿਨਾ ਸੱਜਣਾ। ਇਸ ਕਰਕੇ ਮਾਲਕ ਦੀ ਰਹਿਮਤ ਵਰਸ ਰਹੀ ਹੈ। ਉਹਨੇ ਇੱਕ ਰਹਿਮਤ ਦਾ ਪੜਾਅ ਇਹ ਬਣਾਤਾ, ਜਿਸ ਪ੍ਰੀਖਿਆ ਵਿੱਚੋਂ ਗੁਜ਼ਰ ਕੇ ਮੁਰਸ਼ਿਦ ਦੇ ਚਰਨਾਂ ਤੱਕ ਪਹੁੰਚ ਗਿਆ ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਜਾਏ ਮਿਲਾ ਤਿਨਾ ਸੱਜਣਾ, ਟੁੱਟੋ ਨਾ ਹੀ ਨੇਹੋ। ਅਤੇ ਕਿਹੜੇ ਸੱਜਣਾਂ ਨੂੰ ਮਿਲਣਾ, ਇਹ ਕਿਸੇ ਵਕਾਰੀ ਕਰਮ ਵੱਲ ਜਾਣ ਦੀ ਗੱਲ ਨਹੀਂ ਹੈ। ਉਹ ਸੱਜਣ ਜਿਨ੍ਹਾਂ ਨੇ ਇਬਾਦਤ ਦੇ ਵੱਲ ਸਾਡੇ ਜੀਵਨ ਨੂੰ ਲਗਾਇਆ ਹੈ, ਜਿਨ੍ਹਾਂ ਨੇ ਹਿਰਦੇ ਵਿੱਚ ਬੰਦਗੀ ਦਾ ਸ਼ੌਂਕ ਪੈਦਾ ਕੀਤਾ ਹੈ, ਜਿਨ੍ਹਾਂ ਨੇ ਜੀਵਨ ਦੇ ਵਿੱਚ ਨਫਸ ਨੂੰ ਮਾਰਨ ਦੇ ਢੰਗ ਸਿਖਾਏ ਹਨ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ, ਜਾਏ ਮਿਲਾਂ ਤੇ ਨਾ ਸੱਜਣਾ, ਟੁੱਟੋ ਨਾ ਹੀ ਨੇਹੋ, ਕਿ ਕਿਸੇ ਤਰ੍ਹਾਂ ਟੁੱਟ ਨਾ ਜਾਵੇ। ਇਹ ਜਗਿਆਸੂ ਮਨ ਦੀਆਂ 2 ਅਵਸਥਾ ਨੇ। ਜੇ ਇਹਨਾਂ ਸ਼ਲੋਕਾਂ ਕੁਦਰਤੀ ਕੱਲ ਕਿਸੇ ਸੁਗੜ ਸੱਜਣ ਦੇ ਨਾਲ ਬਾਤ ਕਰ ਰਿਹਾ ਸਾਂ, ਉਹਨੂੰ ਉਹਦੇ ਨਾਲ ਅਨੁਭਵ ਸਾਂਝਾ ਕੀਤਾ ਕਿ ਜੀਵਨ ਦੇ ਵਿੱਚ ਅਸੀਂ ਬਹੁਤ ਵਾਰੀ ਕਹਿੰਦੇ ਹਾਂ ਜੀ ਸਾਨੂੰ ਧਰਮ ਬਾਰੇ ਜਾਣਕਾਰੀ ਨਹੀਂ ਹੈ, ਕਿੱਥੋਂ ਲਈਏ, ਕਿਵੇਂ ਕਰੀਏ, ਬੜੇ ਸਾਡੇ ਸਵਾਲ ਰਹਿੰਦੇ ਨੇ ਸਾਰੀ ਜ਼ਿੰਦਗੀ। ਪਰ ਕਦੀ ਅਸੀਂ ਇਹ ਨਹੀਂ ਸੋਚਿਆ ਕਿ ਜੋ ਬਾਣੀ ਦੇ ਅਨੁਭਵ ਨੇ ਉਹਨਾਂ ਨੂੰ ਸਿੱਧਾ ਸਿੱਧਾ ਆਪਣੇ ਜੀਵਨ ਨਾਲ ਜੋੜ ਕੇ ਸਮਝਣ ਲੱਗ ਪਈਏ। ਸਿੱਧਾ ਸਿੱਧਾ ਉਹਦੇ ਵਿੱਚ ਕੋਈ ਗਹਿਰਾਈ ਕੱਢ ਦਿਓ, ਬਿਲਕੁਲ ਹੀ ਗਹਿਰਾਈ ਤਾਂ ਆਪੇ ਮਾਲਕ ਹੌਲੀ ਹੌਲੀ ਬਖਸ਼ ਦੇਵੇਗਾ। ਜਦੋਂ ਪ੍ਰੇਮ ਹੋਏਗਾ ਉਹਨੂੰ ਸਰਲ ਲੈ ਕੇ ਚੱਲਣ ਲੱਗ ਪਾਓ। ਅਤੇ ਰੋਜ਼ ਸਮਝੋ ਕਿ ਮੈਂ ਕਿਸੇ ਵਾਕ ਦੇ ਅਭਿਆਸ ਵਿੱਚ ਰਹਿਣਾ। ਕੋਈ ਵਾਕ ਲੈ ਲਓ ਬਾਣੀ ਦਾ, ਜਿਵੇਂ ਬਾਣੀ ਦੇ ਸਤਿਗੁਰੂ ਸਾਹਿਬ ਜੀ ਦੇ ਬੇਅੰਤ ਵਾਕ ਹਨ। ਪਰ ਤੇਰੇ ਰੂਪ ਨਾ ਪੇਖਿਆ ਨੇਤਰ। ਠੀਕ ਹੈ, ਮਨ ਆਪਣੇ ਫੁਰਨੇ ਦੇਈ ਜਾਵੇ ਮਾੜਾ ਦੇਖਣ ਦੇ, ਪਰ ਆਪਾਂ ਨਹੀਂ ਦੇਖਣਾ। ਠੀਕ ਹੈ ਕਿ ਅੰਦਰੋਂ ਕਿਸੇ ਦੇ ਔਗਣਾਂ ਦੀ ਜਿਹੜੀ ਸਿਮਰਤੀ ਬਣੀ ਹੈ ਉਹ ਨਿੰਦਿਆ ਕਰਨ 'ਤੇ ਮਜਬੂਰ ਕਰੇ, ਪਰ ਅਸੀਂ ਨਹੀਂ ਕਰਨੀ।
ਠੀਕ ਹੈ, ਦੁਨੀਆ ਦੀ ਚਾਲ ਸਾਨੂੰ ਕਪਟ ਕਰਨ 'ਤੇ ਮਜਬੂਰ ਕਰਦੀ, ਅਸੀਂ ਨਹੀਂ ਕਰਨਾ। ਰੋਜ਼ਾਨਾ ਜਦੋਂ ਸ਼ਬਦ ਦੀ ਸਾਧਨਾ ਦਾ ਅਭਿਆਸ ਕਰਾਂਗੇ ਤੇ ਜੀਵਨ 'ਚ ਅਧਿਆਤਮਿਕ ਰੰਗਤ ਆਪਣੇ ਆਪ ਲੱਗ ਜਾਏਗੀ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਚੱਲਾਂ ਜਾਏ ਮਿਲਾਂ ਤਿੰਨਾ ਸੱਜਣਾ, ਟੁੱਟੋ ਨਾਹੀ ਨੇਹੋ, ਤਾਂ ਕਿ ਇਹ ਟੁੱਟ ਨਾ ਜਾਵੇ। ਇਸ ਕਰਕੇ ਗੁਰਸਿੱਖ ਨੇ ਆਪਣੇ ਜੀਵਨ ਦੇ ਇਸ ਕਦਰ ਨੂੰ ਸੰਭਾਲਣਾ ਹੈ। ਅਤੇ ਇਹ ਜਿਹੜੇ ਪ੍ਰੀਤ ਦੇ ਵਿੱਚ ਉਹੀ ਸਾਬਤ ਗਿਣੇ ਜਾਂਦੇ ਹਨ ਜਿਹੜੇ ਦੁਨਿਆਵੀ ਬਾਧਾਵਾਂ ਨੂੰ ਲੰਘ ਜਾਂਦੇ ਹਨ। ਜਿਹੜੀ ਦੁਨਿਆਵੀ ਬਾਧਾ ਨੇ ਮੁਸ਼ਕਿਲ ਪਾ ਦਿੱਤੀ ਤਾਂ ਫਿਰ ਜੀਵਨ ਵੱਡਾ ਕੀ ਹੋਇਆ। ਇੱਕ ਕੁਦਰਤੀ ਹੈ, ਆ ਕਦੇ ਗਊ ਨਾਲ ਕੀੜੀ ਨੂੰ ਦੇਖ ਲਿਓ, ਉਹ ਨਾ ਸਿੱਧੀ ਚਾਲ 'ਚ ਚੱਲਦੀ ਹੈ। ਉਹ ਕਈ ਵਾਰੀ ਬੱਚੇ ਸ਼ਰਾਰਤ ਦੇ ਨਾਲ ਉਹਦੇ ਅੱਗੇ ਹੱਥ ਰੱਖ ਦੇਣਗੇ, ਉਹ ਆਲੇ ਦੁਆਲੇ ਭੁੱਲ ਕੇ ਫਿਰ ਉਹ ਪੱਧਰੀ ਹੋ ਕੇ ਫਿਰ ਸਿੱਧਾ ਚੱਲਣ ਲੱਗ ਪੈਂਦੀ। ਉਹ ਫਿਰ ਅੱਗੇ ਕੋਈ ਮੁਸ਼ਕਿਲ ਪਾ ਦੇਵੇ, ਉਹ ਫਿਰ ਟੇਢਾ ਮੇਢਾ ਹੋ ਕੇ ਫਿਰ ਆਪਣੇ ਮਾਰਗ 'ਤੇ ਆ ਜਾਂਦੀ ਹੈ। ਇੱਕ ਕੀੜੀ ਵਰਗਾ ਜਿਹੜਾ ਅਲਪ ਜੀਵ ਹੈ, ਇਤਨੀ ਛੋਟੀ ਸਮਰੱਥਾ ਵਾਲਾ, ਉਹ ਛੇਤੀ ਕੀਤਿਆਂ ਆਪਣਾ ਮਾਰਗ ਨਹੀਂ ਛੱਡਦਾ ਜਾਂ ਆਪਣੇ ਚੱਲਣ ਦੀ ਰਫ਼ਤਾਰ ਨੂੰ ਨਹੀਂ ਤਿਆਗਦਾ। ਅਤੇ ਮਨੁੱਖ ਜਿਹੜਾ ਆਪਣੇ ਆਪ ਨੂੰ ਸਿਰਮੌਰ ਜਾਂ ਸ਼੍ਰੇਸ਼ਟ ਆਖਦਾ ਹੈ, ਉਹ ਆਪਣੀ ਚਾਲ ਦੇ ਵਿੱਚ ਕਿਉਂ ਫਰਕ ਪਾਉਂਦਾ ਹੈ। ਔਰ ਬੜੀ ਕਮਾਲ ਦੀ ਗੱਲ ਹੈ, ਅਸੀਂ ਪਿਛਲੇ ਸਮੇਂ ਜਿਹੜੇ ਹਾਲਾਤਾਂ ਵਿੱਚੋਂ ਗੁਜ਼ਰੇ ਆ, ਉਹਨੇ ਵੀ ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚ ਸਮਝਣ 'ਚ ਬੜੀ ਮਦਦ ਕੀਤੀ ਹੈ। ਇਸ ਗੱਲ ਦਾ ਹੀ ਮਨ 'ਚ ਭੈ ਰਹਿ ਗਿਆ ਕਿ ਗੁਰੂਦੁਆਰ ਜਾ ਕੇ ਕਿਤੇ ਮ੍ਰਿਤੂ ਨਾ ਹੋ ਜਾਵੇ, ਪ੍ਰਾਣ ਨਾ ਖਤਰੇ 'ਚ ਪੈ ਜਾਣ। ਪਰ ਇਸ ਗੱਲ ਦੀ ਸਾਡੇ ਕੋਲੋਂ ਕੀ ਗਾਰੰਟੀ ਹੈ ਕਿ ਅਸੀਂ ਘਰ ਦੇ ਵਿੱਚ ਰਹਿ ਕੇ ਪ੍ਰਾਣਾਂ ਜਾਂ ਮੌਤ ਦੇ ਖਤਰੇ ਤੋਂ ਬਚੇ ਰਹੇ ਹਾਂ। ਜਿਵੇਂ ਮੰਨ ਲਿਆ ਘਰ ਬੈਠਿਆਂ ਮੌਤ ਨਹੀਂ ਆਈ, ਪ੍ਰਾਣ ਤਾਂ ਘਟੇ ਹੀ ਆ ਨਾ, ਮੌਤ ਦੇ ਨੇੜੇ ਤਾਂ ਗਏ ਹੀ ਆ। ਇਹ ਤਾਂ ਨਹੀਂ ਦਾਅਵਾ ਕਰ ਸਕਦੇ ਕਿ ਮੈਂ ਘਰ ਬੈਠ ਗਿਆ ਅਤੇ ਮੇਰੇ ਪ੍ਰਾਣ ਵੀ ਨਹੀਂ ਘਟੇ। ਗੱਲ ਇਤਨੀ ਹੈ, ਬਸ ਜੀਵਨ ਦੇ ਵਿੱਚ ਪ੍ਰੇਮ ਨਹੀਂ ਹੈ। ਪ੍ਰੇਮ ਹੋਵੇ ਤਾਂ ਬੰਦੇ ਇੱਕ ਹੱਦ ਤੱਕ ਕਰ ਗੁਜ਼ਰਦੇ ਨੇ। ਦੁਨਿਆਵੀ ਪ੍ਰੀਤੀਆਂ ਮਿਸਾਲਾਂ ਆਪ ਜੀ ਨੇ ਸੁਣੀਆਂ ਨਾ, ਉਹ ਕੋਈ ਕੱਚਾ ਘੜਾ ਲੈ ਕੇ ਤੁਰ ਪਈ, ਕੋਈ ਥਲਾਂ ਦੇ ਵਿੱਚ ਲੱਭਦੀ ਰਹੀ, ਉਹ ਕਿਸੇ ਨੇ ਕੁਝ ਕੀਤਾ, ਕਿਸੇ ਨੇ ਕੁਝ ਕੀਤਾ। ਭਾਈ ਗੁਰਦਾਸ ਸਾਹਿਬ ਜੀ ਨੇ ਉਹ ਸਾਰੀਆਂ ਮਿਸਾਲਾਂ ਲਿਖੀਆਂ ਨੇ। ਅਤੇ ਅਸੀਂ ਤਾਂ ਕੁਦਰਤੀ ਹੈ, ਥੋੜ੍ਹੀ ਜਿਹੀ ਸਰੀਰਕ ਮੁਸ਼ਕਿਲ ਹੀ ਹੋਵੇ ਉਹਦੇ ਤੋਂ ਵੀ ਨਹੀਂ ਪਾਰ ਪਾਇਆ ਜਾਂਦਾ। ਗੱਲ ਕੀ ਪ੍ਰੀਤ ਨਹੀਂ ਹੈ। ਪ੍ਰੀਤ ਹੋਵੇ ਅਤੇ ਪ੍ਰੀਤ ਦੇ ਮਗਰ ਅੱਗੇ ਸਾਰੀਆਂ ਬਾਧਾਵਾਂ ਜਿਹੜੀਆਂ ਹਨ ਉਹ ਮੁਸ਼ਕਿਲ ਰਹਿ ਜਾਂਦੀਆਂ ਨੇ। ਗੁਰੂ ਅਮਰਦਾਸ ਸਾਹਿਬ ਦੇ ਜੀਵਨ 'ਚ ਇੱਕ ਸਿੱਖ ਦਾ ਜ਼ਿਕਰ ਮਿਲਦਾ, ਭਾਈ ਪਾਰੋ ਜੁਲਕਾ ਜੀ। ਭਾਈ ਪਾਰੋ ਜੁਲਕਾ ਜੀ ਰੋਜ਼ਾਨਾ ਜਿਹੜਾ ਸੀ ਬਿਆਸ ਦਰਿਆ ਲੰਘ ਕੇ ਜਾਂਦੇ ਸਨ ਗੁਰੂ ਸਾਹਿਬ ਜੀ ਦਰਸ਼ਨ ਕਰਨ। ਜੀਵਨ ਕੀ ਹੈ, ਪ੍ਰੀਤ ਹੈ। ਦਰਿਆਵਾਂ ਦਾ ਵਹਿਣ ਕੀ ਕਰੇਗਾ ਜਦੋਂ ਸਾਡੀ ਪ੍ਰੀਤ ਵੱਡੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ, ਭਿੱਜੋ ਸਿੱਜੋ ਕੰਬਲੀ, ਕੋਈ ਨਹੀਂ ਮਨ ਦੇ ਫੁਰਨੇ ਜਿੰਨੇ ਮਰਜ਼ੀ ਪ੍ਰਭਾਵਿਤ ਕਰਨ। ਜਾਣਾ ਹੈ ਗੁਰੂਦੁਆਰ ਜਾ ਕੇ, ਮਨ ਜੋ ਮਰਜ਼ੀ ਕਰੀ ਜਾਵੇ, ਮਨ ਆਪਣਾ ਰੌਲਾ ਪਾਈ ਜਾਵੇ, ਪਰ ਅਸੀਂ ਇਹਨੂੰ ਬੰਨ੍ਹ ਕੇ ਉੱਥੇ ਬਿਠਾਉਣਾ ਹੈ। ਭਿੱਜੋ ਸਿੱਜੋ, ਇਹਦਾ ਅੰਤਰੀਵ ਭਾਵ ਪਹਿਲੇ ਸ਼ਲੋਕ ਦਾ ਵੀ ਦੂਜੇ ਭਾਵ ਦਾ ਸੀ ਕਿ ਭਿੱਜੋ, ਕੋਈ ਗੱਲ ਨਹੀਂ, ਮਨ ਦੇ ਫੁਰਨਿਆਂ ਦਾ ਜ਼ੋਰ ਵੀ ਪੈਣ ਦਿਓ, ਪਰ ਅਸੀਂ ਆਪਣੀ ਧੁਨ ਵਿੱਚ ਲੱਗੇ ਰਹਿਣਾ ਹੈ। ਪਦਾਰਥਾਂ ਦੀ ਵਾਸਨਾ ਤ੍ਰਿਸ਼ਨਾ ਕੋਈ ਗੱਲ ਨਹੀਂ ਸਾਡੀ ਅਰਦਾਸ ਨੂੰ, ਸਾਡੀ ਬੰਦਗੀ ਨੂੰ, ਘਰ ਦੀ ਖਿੱਚ, ਸੰਬੰਧਾਂ ਦਾ ਮੋਹ ਪ੍ਰਭਾਵਿਤ ਕਰਦਾ, ਇਸ ਗੱਲ ਦੀ ਕੋਈ ਫਿਕਰ ਨਹੀਂ। ਆਖਦੇ ਹਨ, ਭਿੱਜੋ ਸਿੱਜੋ ਕੰਬਲੀ ਅੱਲਾਹ ਵਰਸੋ ਮੇਹੋ, ਇਹ ਅੱਲਾ ਦੀ ਮਿਹਰ ਦਾ ਰੂਪ ਹੈ ਜੇ ਉਹਦੇ ਵਿੱਚੋਂ ਪਛਾਣਿਆ ਜਾਵੇ। ਕਹਿੰਦੇ ਜਾਏ ਮਿਲਾਂ ਤਿਨਾ ਸੱਜਣਾ, ਮਨ ਦੇ ਫੁਰਨਿਆਂ ਨੂੰ ਵੀ ਉਲੰਘ ਜਾਣਾ ਹੈ। ਜਿਹੜੀ ਬੁੱਧ ਵਿਪਰੀਤ ਕਿਸਮ ਪਾਸੇ ਚੱਲੀ ਹੋਈ ਹੈ ਉਹਦੀ ਸੀਮਾ ਨੂੰ ਵੀ ਉਲੰਘ ਜਾਣਾ ਹੈ। ਟੁੱਟੋ ਨਾ ਹੀ ਨੇਹੋ, ਪਰ ਆਪਣੇ ਨੇਹੋ ਨੂੰ ਨਹੀਂ ਟੁੱਟਣ ਦੇਣਾ। ਇਹ ਜੀਵਨ ਦੇ ਵਿੱਚ ਸਮਝਣਾ ਜ਼ਰੂਰੀ ਹੈ ਔਰ ਕੁਦਰਤੀ ਗੱਲ ਹੈ। ਪ੍ਰੀਤ ਦੇ ਮਾਰਗ 'ਤੇ ਉਹੀ ਸ਼ਬਦ ਗਿਣੇ ਜਾਂਦੇ ਹਨ ਜਿਹੜੇ ਆਪਣੀ ਪ੍ਰੀਤ ਦੇ ਸਾਹਮਣੇ ਦੁਨਿਆਵੀ ਕਿਸਮ ਦੀਆਂ ਬਾਧਾਵਾਂ ਨੂੰ ਪਿੱਛੇ ਛੱਡ ਜਾਂਦੇ ਹਨ। ਜੇ ਬੰਦੇ ਦੀ ਪ੍ਰੀਤ ਦੇ ਸਨਮੁਖ ਪਿੱਛੇ ਰਹਿ ਜਾਏ ਤਾਂ ਫਿਰ ਉਹ ਪ੍ਰੀਤਵਾਨ ਨਹੀਂ ਗਿਣਿਆ ਜਾਂਦਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ, ਟੁੱਟੋ ਨਾ ਹੀ ਨੇਹੋ, ਕਿਸੇ ਵੀ ਢੰਗ ਦੇ ਨਾਲ ਜਿਹੜਾ ਪ੍ਰੇਮ ਹੈ ਉਹ ਨਹੀਂ ਟੁੱਟਣਾ ਚਾਹੀਦਾ। ਇਹਦਾ ਅਨੁਭਵ ਐਸਾ ਹੈ। ਕਹਿੰਦੇ ਕੋਈ ਜਗਿਆਸੂ ਰੋਜ਼ਾਨਾ ਇੱਕ ਪਹਾੜੀ ਨੂੰ ਉਲੰਘ ਕੇ ਫਿਰ ਆਪਣੇ ਮੁਰਸ਼ਿਦ ਦੇ ਚਰਨਾਂ ਦੇ ਵਿਖੇ ਦਰਸ਼ਨ ਕਰਨ ਜਾਂਦਾ ਸੀ। ਪਹਾੜੀ ਬੜੀ ਉੱਚੀ ਸੀ ਅਤੇ ਕੁਦਰਤੀ ਰੋਜ਼ ਜਾਂਦਾ ਸੀ। ਅਤੇ ਇੱਕ ਦਿਨ ਉਹਦੇ ਮੁਰਸ਼ਿਦ ਨੇ ਪੁੱਛਿਆ ਕਿ ਜੇ ਤੂੰ ਕਿਸੇ ਦਿਨ ਕੋਈ ਬਾਰਿਸ਼ ਆਦਿਕ ਹੋ ਜਾਵੇ, ਕੋਈ ਭੂਚਾਲ ਆਦਿਕ ਆ ਜਾਵੇ ਜਾਂ ਪਹਾੜੀ ਦੇ ਉੱਪਰ ਕੋਈ ਖਤਰਾ ਪੈ ਜਾਵੇ ਤਾਂ ਤੂੰ ਫਿਰ ਆਵੇਂਗਾ ਕਿਵੇਂ? ਉਹਦੇ ਮੁਰਸ਼ਿਦ ਨੇ ਉਹਦੇ ਮਨ ਦੀ ਅਵਸਥਾ ਨੂੰ ਜਾਣਨ ਲਈ ਪੁੱਛਿਆ। ਤਾਂ ਉਹ ਕਹਿਣ ਲੱਗਾ ਕਿ ਜਦੋਂ ਤੱਕ ਮੇਰੇ ਜੀਵਨ ਦੇ ਵਿੱਚ ਜੀਵਨ ਨੂੰ ਇੱਕ ਕਦਮ ਵੀ ਹਿਲਾਉਣ ਦੀ ਸਮਰੱਥਾ ਹੈ ਉਦੋਂ ਤੱਕ ਵੀ ਮੈਂ ਯਤਨ ਕਰਦਾ ਰਹਾਂਗਾ। ਅਤੇ ਉਹ ਯਤਨ ਭਾਵੇਂ ਪਹਾੜੀ ਦੇ ਅੱਧ ਤੱਕ ਪਹੁੰਚ ਜਾਏ, ਭਾਵੇਂ ਅਜੇ ਪਹਾੜੀ 'ਤੇ ਚੱਲਣਾ ਸ਼ੁਰੂ ਹੋਵੇ, ਮੇਰਾ ਇਹ ਵਿਸ਼ਾ ਨਹੀਂ। ਮੇਰਾ ਮਕਸਦ ਕੇਵਲ ਚੱਲਣਾ ਹੈ ਆਪਣੇ ਮੁਰਸ਼ਿਦ ਦੇ ਦੁਆਰ ਤੱਕ। ਤਾਂ ਗੁਰੂ ਬਾਬਾ ਫਰੀਦ ਸਾਹਿਬ ਜੀ ਆਖਦੇ, ਟੁੱਟੋ ਨਾ ਹੀ ਨੇਹੋ। ਹੁਣ ਨੇਹੋ ਦਾ ਵੀ ਭਾਵ ਥੋੜ੍ਹਾ ਜਿਹਾ ਸਪਸ਼ਟ ਕਰ ਦਿਆਂ।
ਹੁਣ ਗੁਰੂ ਉਦਾਹਰਨ ਦੇ ਤੌਰ 'ਤੇ ਮੰਦਿਆਂ ਨੂੰ ਮੰਦਿਆਂ ਪਾਸ ਬੈਠ ਕੇ ਚੰਗਾ ਲੱਗਦਾ ਹੈ, ਪਰ ਜਿਹੜਾ ਨੇਹੋ ਹੈ, ਇਸ ਨੇਹੋ ਦਾ ਭਾਵ ਹੈ ਕਿ ਸਾਡੇ ਜੀਵਨ 'ਚ ਅਧਿਆਤਮਿਕ ਪਵਿੱਤਰਤਾ ਥੋੜ੍ਹੀ ਬਹੁਤੀ ਆ ਗਈ ਹੈ। ਅਸੀਂ ਹੁਣ ਇਸ ਪਵਿੱਤਰਤਾ ਨੂੰ ਵਧਾਉਣਾ ਚਾਹੁੰਦੇ ਹਾਂ, ਇਸ ਕਰਕੇ ਅਸੀਂ ਕਿਸੇ ਨਾਗੇ ਆਦਿਕ ਨੂੰ ਪ੍ਰਵਾਨ ਨਹੀਂ ਕਰਦੇ, ਕਿਸੇ ਤਰ੍ਹਾਂ ਦੀ ਛੁੱਟੀ ਆਦਿਕ ਜਿਹੜੀ ਮੁਸ਼ਕਿਲ ਹੈ ਉਹਨੂੰ ਨਹੀਂ ਤਰਜੀਹ ਦਿੰਦੇ। ਬਾਅਦ ਦਸਤੂਰ ਜਾਣਾ ਹੈ, ਕਿਉਂਕਿ ਨੇਹੋ ਨੇ ਸਾਡੇ ਜੀਵਨ ਨੂੰ ਉੱਚਾ ਲਿਜਾਣਾ ਹੈ। ਹੁਣ ਕੁਦਰਤੀ ਹੈ, ਦੁਨੀਆਦਾਰਾਂ ਦੇ ਨਾਲ ਪ੍ਰੇਮ ਗੂੜਾ ਹੋਵੇ ਨਾ ਤਾਂ ਉਹ ਇੱਕ ਦੂਜੇ ਤੋਂ ਜਾਨ ਦੇਣੀ ਸ਼ੁਰੂ ਕਰ ਦਿੰਦੇ ਨੇ। ਮਤਲਬ ਦਿੰਦੇ ਤਾਂ ਨਹੀਂ, ਚਲੋ ਗੱਲਾਂ ਬਾਤਾਂ ਦੀਆਂ ਕਰਨੀ ਸ਼ੁਰੂ ਕਰ ਦਿੰਦੇ ਨੇ, ਮੈਂ ਤੇਰੇ ਬਦਲੇ ਮਰ ਜਾਵਾਂਗਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਰਾਹਾਂ ਤਾਂ ਟੁੱਟੈ ਨੇਹੋ, ਜਿਹੜਾ ਮਾਲਕ ਦੇ ਦਰ ਦਾ ਪ੍ਰੇਮ ਹੈ ਤੁਹਾਨੂੰ ਉਸ ਜੀਵਨ ਦੇ ਪੱਧਰ 'ਤੇ ਲਿਜਾਏਗਾ ਜਿੱਥੇ ਜਾ ਕੇ ਮ੍ਰਿਤੂ ਦੇ ਸਾਰੇ ਭੈ ਖਤਮ ਹੋ ਜਾਂਦੇ ਹਨ, ਜਿੱਥੇ ਜਾ ਕੇ ਜੀਵਨ ਦੀ ਸਾਰੀ ਮੈਲ ਉਤਰ ਜਾਂਦੀ ਹੈ, ਜਿੱਥੇ ਜਾ ਕੇ ਜੀਵਨ ਕੇਵਲ ਪ੍ਰਭੂ ਦਾ ਜੋਤ ਸਰੂਪ ਲੱਗਦਾ। ਇਸ ਕਰਕੇ ਕਹਿੰਦੇ ਟੁੱਟੋ ਨਾ ਹੀ ਨੇਹੋ। ਹੁਣ ਕੁਦਰਤੀ ਹੈ, ਇਸ ਗੱਲ ਦਾ ਕਦੇ ਮੁਲਾਂਕਣ ਕਰਨਾ ਚਾਹੀਦਾ। ਆਪ ਜੀ ਬੈਠਦੇ ਹੋਗੇ ਰੋਜ਼ਾਨਾ ਹਜ਼ਾਰਾਂ ਮਜਲਿਸਾਂ ਦੇ ਵਿੱਚ, ਹਜ਼ਾਰਾਂ ਮਨੁੱਖਾਂ ਦੇ ਸੰਗ, ਸੰਬੰਧੀਆਂ ਸੰਗ, ਆਪਣੇ ਹੋਰਾਂ ਜਾਣਕਾਰਾਂ ਦੇ ਸੰਗ, ਪਰ ਕੀ ਅਸੀਂ ਉਹ ਸਾਰੀ ਇਸ ਗੱਲ ਦਾ ਦਾਅਵਾ ਕਰ ਸਕਦੇ ਕਿ ਪਰਿਵਾਰ ਵਿੱਚ ਬੈਠ ਕੇ ਕੀਤੀਆਂ ਗੱਲਾਂ, ਦੋਸਤਾਂ ਦੇ ਵਿੱਚ ਬੈਠ ਕੇ ਕੀਤੀਆਂ ਹੋਈਆਂ ਗੱਲਾਂ ਨੇ ਸਾਡੇ ਜੀਵਨ ਦੀ ਉਚਾਈ ਵਿੱਚ ਕੋਈ ਵਾਧਾ ਕੀਤਾ? ਨਹੀਂ ਕੀਤਾ। ਬੰਦੇ ਦਾ ਮਨ ਛੋਟਾ ਹੀ ਹੁੰਦਾ ਹੈ, ਉਹ 'ਚ ਨਿੰਦਿਆ ਹੁੰਦੀ, ਉਹ 'ਚ ਆਲੋਚਨਾ ਹੁੰਦੀ, ਉਹਦੇ 'ਚ ਹੋਰ ਕਈ ਕੁਝ ਹੁੰਦਾ ਹੈ। ਇਸ ਕਰਕੇ ਪਰ ਜਿਹੜਾ ਆਪਣੇ ਪ੍ਰੀਤਮ ਦੇ ਨਾਲ ਬੈਠ ਕੇ ਜਿਹੜਾ ਹੈ ਉਸ ਨੂੰ ਕਰਨਾ ਹੈ, ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਟੁੱਟੋ ਨਾ ਹੀ ਨੇਹੋ। ਦੁਨਿਆਵੀ ਨੇਹ ਦੇ ਵਿੱਚ ਗਿਰਾਵਟ ਹੈ। ਹੁਣ ਕਈਆਂ ਦਾ ਆਪਣੇ ਦੋਸਤਾਂ ਦੇ ਨਾਲ ਬੜਾ ਪ੍ਰੇਮ ਹੁੰਦਾ ਹੈ, ਰੋਜ਼ ਉਹਦੇ ਕੋਲ ਘਰੇ ਜਾਣਗੇ, ਉਹਦੇ ਦੁਆਰ 'ਤੇ ਜਾਣਗੇ, ਪਰ ਜੇ ਉਹਦਾ ਅਗਲੇ ਦੋਸਤ ਦਾ ਜੀਵਨ ਉੱਚਾ ਸੁੱਚਾ ਨਹੀਂ ਹੈ ਤਾਂ ਉਹ ਸਾਨੂੰ ਕਿੱਥੋਂ ਕਰ ਲਏਗਾ। ਪਰ ਜਿਹੜਾ ਗੁਰੂ ਦੁਆਰ ਦੇ ਨਾਲ ਬੰਦੇ ਦਾ ਜੁੜਿਆ ਹੋਇਆ ਨੇਹ ਹੈ, ਭਾਵੇਂ ਥੋੜ੍ਹਾ ਹੀ ਹੋਵੇ, ਇਹ ਇਹਨੂੰ ਉਚਾਈ ਵੱਲ ਜ਼ਰੂਰ ਲਿਜਾਏਗਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਮੈਂ ਨੇਹੋ ਨੂੰ ਪ੍ਰਮੁੱਖ ਰੱਖ ਕੇ ਚੀਜ਼ ਨਹੀਂ ਛੱਡਦਾ ਹਾਂ ਫਰੀਦਾ, ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ। ਹੁਣ ਇੱਕ ਹੋਰ ਅਨੁਭਵ ਸਾਂਝਾ ਕਰਦੇ ਹਨ। ਅੱਜ ਦੇ ਸਮੇਂ ਦੇ ਵਿੱਚ ਪੋਸਟ ਮਾਡਰਨ ਦੁਨੀਆ ਹੈ, ਤਾਂ ਵਸਤਰਾਂ ਦੀ ਸਵੱਛਤਾ ਬੜੀ ਪ੍ਰਮੁੱਖ ਰਹਿੰਦੀ ਹੈ। ਇਹ ਨਹੀਂ ਕਹਿ ਰਹੇ ਕਿ ਬੰਦੇ ਦੇ ਮੈਲੇ ਹੋਣੇ ਚਾਹੀਦੇ ਨੇ, ਪਰ ਇੱਕ ਭ੍ਰਾਮਕ ਰੂਪ ਦੇ ਵਿੱਚ ਸਵੱਛਤਾ ਅੱਗੇ ਆ ਗਈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਮੈਂ ਭੁਲਾਵਾ ਪੱਗ ਦਾ, ਕਹਿੰਦੇ ਮੈਨੂੰ ਸਾਰੀ ਜ਼ਿੰਦਗੀ ਇਹ ਭੁਲੇਖਾ ਲੱਗਿਆ ਰਿਹਾ ਕਿ ਮਤ ਮੈਲੀ ਹੋਏ ਜਾਏ, ਕਿਤੇ ਮੈਲੀ ਨਾ ਹੋ ਜਾਏ। ਕਹਿੰਦੇ ਹਰ ਵੇਲੇ ਲਈ ਸੰਭਾਲ ਕਰਦਾ ਰਿਹਾ। ਕਹਿੰਦੇ ਪਰ ਸਮਝ ਬਾਅਦ ਦੇ ਵਿੱਚ ਆਈ, ਗਹਿਲਾ ਰੂਹ ਨਾ ਜਾਣੀ। ਇਹ ਅਣਜਾਣ ਜਿਹੜੀ ਮਨ ਨਾ ਸਮਝਿਆ, ਰੂਹ ਨਾ ਸਮਝੀ ਕਿ ਸਿਰ ਪੀ ਮਿੱਟੀ ਖਾਏ, ਕਿ ਜਿਸ ਸਿਰ ਦੇ ਉੱਪਰ ਪਗੜੀ ਰਚ ਕੇ ਉਹਦੇ ਸੰਭਾਲਣ ਦਾ, ਉਹਦੇ ਸੁੰਦਰ ਹੋਣ ਦਾ, ਉਹਦੇ ਕਿਸੇ ਤਰੀਕੇ ਨਾਲ ਬੇਢੰਗੇ ਨਾ ਹੋਣ ਦੀ ਚਿੰਤਾ ਕਰਦਾ ਹੈ, ਇਹ ਜਿਹੜਾ ਸਿਰ ਹੈ ਇਹ ਵੀ ਤਾਂ ਕਬਰ ਵਿੱਚ ਪੈ ਜਾਣਾ, ਫਿਰ ਕੀੜਿਆਂ ਨੇ ਖਾ ਲੈਣਾ ਹੈ। ਉਦੋਂ ਇਸ ਸਿਰ ਦੀ ਜਿਹੜੀ ਸੰਭਾਲ ਕੀ ਕਰੇਗਾ? ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਮੈਂ ਭੁਲਾਵਾ ਪੱਗ ਦਾ ਭਾਵ ਇਹ ਹੈ ਕਿ ਬਾਬਾ ਫਰੀਦ ਸਾਹਿਬ ਜੀ ਆਖਦੇ ਕਿ ਜੀਵਨ ਦੇ ਵਿੱਚ ਜਿਹੜੇ ਵਸਤਰ ਆਤਮ ਤੋਂ ਬਾਅਦ ਵੀ, ਮ੍ਰਿਤੂ ਤੋਂ ਬਾਅਦ ਵੀ ਸਾਡੇ ਨਾਲ ਰਹਿਣੇ ਨੇ, ਉਹਨਾਂ ਵਸਤਰਾਂ ਨੂੰ ਬੰਨਣ ਦੀ ਜਿਹੜੀ ਕੋਸ਼ਿਸ਼ ਨਹੀਂ ਕਰ ਰਿਹਾ, ਅਤੇ ਜਿਹੜੇ ਕੁਦਰਤੀ ਪਤਾ ਹੈ ਕਿ ਸਿਰ ਨੇ ਵੀ ਨਾਸ਼ ਹੋਣਾ ਹੈ ਅਤੇ ਪੱਗ ਦਾ ਕੱਪੜਾ ਵੀ ਜਿਹੜਾ ਉਹਨੇ ਮੈਲਾ ਵੀ ਹੋ ਜਾਣਾ ਅਤੇ ਨਾਸ਼ ਵੀ ਹੋਣਾ, ਇਹਨਾਂ ਦੋਵਾਂ ਦੀ ਚਿੰਤਾਵਾਂ ਪਈ ਹੈ। ਜਿਹੜੀ ਚੀਜ਼ ਲਾਸਟ ਦੇ ਵਿੱਚ ਬਚੀ ਰਹਿਣੀ ਹੈ ਅਤੇ ਉਹਦਾ ਰੂਪ ਕਿਹੋ ਜਿਹਾ ਹੋਣਾ ਚਾਹੀਦਾ, ਇਸ ਗੱਲ ਦੀ ਚਿੰਤਾ ਨਹੀਂ। ਪੱਗ ਦੀ ਸੁੰਦਰਤਾ ਨੂੰ ਧਾਰਨ ਕਰ ਲਿਆ, ਉਹਨੂੰ ਮੈਲੇ ਹੋਣ ਤੋਂ ਵੀ ਬਚਾ ਲਿਆ ਹੈ, ਪਰ ਪੱਗ ਦੇ ਹੇਠਾਂ ਜਿਹੜਾ ਸਿਰ ਹੈ ਅਤੇ ਸਿਰ ਦੇ ਵਿੱਚ ਜਿਹੜੀ ਬੁੱਧ ਹੈ, ਜਿਹੜਾ ਸਿਰ ਦੇ ਵਿੱਚ ਚਿੰਤਨ ਦਾ ਸਰੂਪ ਹੈ, ਜੇ ਉਹੀ ਮੈਲਾ ਹੋਇਆ ਤਾਂ ਉਹੀ ਜੀਵਨ ਬਾਅਦ ਦੇ ਵਿੱਚ ਸੂਖਸ਼ਮ ਰੂਪ ਦੇ ਵਿੱਚ ਗਿਣਿਆ ਜਾਣਾ। ਜੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉਹ ਉੱਜਲ ਨਾ ਹੋਇਆ ਅਤੇ ਬਾਹਰੀ ਸੰਭਾਲ ਜਾਂ ਬਾਹਰੀ ਉੱਜਲਤਾ ਕੀ ਕਰੇਗੀ? ਇਸ ਕਰਕੇ ਆਖਦੇ ਨੇ ਬਾਬਾ ਭਗਤ ਕਬੀਰ ਸਾਹਿਬ ਜੀ ਦੇ ਵੀ ਸਲੋਕ ਹਨ, ਬਾਣੀ 'ਚ ਵਾਕ ਹਨ, ਜੇ ਸਿਰ ਰਚ ਰਚ ਬਾਦਤ ਪਾਗ, ਸੋ ਸਿਰ ਚੁੰਚ ਸਵਾਰੇ ਕਾਗ, ਇਸ ਤਨ ਕੋ ਕਿਆ ਗੁਰਬਈਆ, ਰਾਮ ਨਾਮ ਤਾਹੇ ਨਾ ਦ੍ਰਿੜਈਆ। ਬਾਣੀ 'ਚ ਵਾਕ ਆਉਂਦੇ ਨੇ, ਟੇਢੀ ਪਾਗ ਟੇਢੀ ਚਾਲ ਲਾਗੇ ਬੀਰੇ ਖਾਨ। ਕਹਿੰਦੇ ਟੇਢੀ ਪੱਗ ਬੰਨ੍ਹ ਕੇ, ਟੇਢੀ ਮੇਢੀ ਚਾਲਾਂ ਚੱਲ ਕੇ ਅਕੜਾ ਕੇ ਤੁਰਦਾ ਕਿ ਮੇਰੇ ਜੀਵਨ ਦਾ ਗੁਮਾਨ ਹੈ। ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮਤ ਮੈਲੀ ਹੋਏ ਜਾਏ ਸਾਰੀ ਜ਼ਿੰਦਗੀ। ਹੁਣ ਕੁਦਰਤੀ ਇਹਦੇ ਵਿੱਚ ਇੱਕ ਹੋਰ ਵੀ ਨਿਮਨ ਖਿਆਲ ਹੈ, ਪਰ ਹੈਗਾ ਰੈਲੇਵੈਂਸ ਹੈ। ਕਈ ਵਾਰੀ ਪੂਰੀ ਤਰ੍ਹਾਂ ਧਰਤੀ 'ਤੇ ਮੱਥਾ ਵੀ ਨਹੀਂ ਟੇਕਿਆ ਜਾਂਦਾ ਕਿ ਪੱਗ ਨੂੰ ਲੱਗ ਨਾ ਜਾਵੇ ਕਿਤੇ ਡਸਟ ਮਾੜੀ ਮੋਟੀ। ਉਹ ਇੰਚੀ 2 ਇੰਚੀ ਦਾ ਫਰਕ ਹੀ ਰੱਖਦੇ ਨੇ ਕਿ ਨੇੜੇ ਨਹੀਂ ਲਿਜਾਣਾ।
ਬਾਬਾ ਫਰੀਦ ਸਾਹਿਬ ਜੀ ਆਖਦੇ ਹੈ ਨਿਮਨ ਖਿਆਲ ਪਰ ਜੁੜਦਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਮੱਤ ਮੈਲੀ ਹੋਏ ਜਾਏ, ਸਾਰੀ ਜ਼ਿੰਦਗੀ ਬਚਾਉਂਦਾ ਰਿਹਾ ਪਰ ਕਹਿੰਦੇ ਪਤਾ ਹੀ ਨਹੀਂ ਆਇਆ ਕਿ ਗਹਿਲਾ ਰੂਹ ਨਾ ਜਾਣੀ ਸਿਰ ਪੀ ਮਿੱਟੀ ਖਾਏ, ਕਿ ਸਿਰ ਤੱਕ ਵੀ ਜਿਹੜਾ ਦਫਨ ਹੋ ਜਾਣਾ। ਬਾਣੀ 'ਚ ਵਾਕ ਹਨ ਜਬ ਜਰੀਏ ਤਬ ਹੋਏ ਭਸਮ ਧਨ ਰਹਿ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ ਯਾ ਤਨ ਕੀ ਇਹ ਵਡਾਏ, ਕਾਹੇ ਪਈਆ ਫਿਰ ਤੋਂ ਫੂਲਿਆ ਫੂਲਿਆ ਜਬ ਦਾ ਸਮਾ ਸੁਰਦ ਮੁਖ ਰਹਿਤਾ ਸੋ ਦਿਨ ਕੈਸੇ ਭੁੱਲਿਆ। ਕਹਿੰਦੇ ਜੀਵਨ ਦੀ ਗਤ ਜਿਹੜੀ ਉਹ ਮਿੱਟੀ ਹੋਣਾ ਹੈ, ਅਤੇ ਮਿੱਟੀ ਨੂੰ ਜਿੰਨਾ ਮਰਜ਼ੀ ਸਵਾਰ ਲਓ, ਜਿੰਨਾ ਮਰਜ਼ੀ ਸੰਭਾਲ ਲਓ, ਇਹਦਾ ਮੂਲ ਉਹੀ ਰਹੇਗਾ। ਇਹਦਾ ਭਾਵ ਹੈ ਕਿ ਬਾਬਾ ਫਰੀਦ ਸਾਹਿਬ ਜੀ ਕਿੰਨਾ ਚੇਤਨਤਾ ਵਾਲਾ ਜੀਵਨ ਜਿਉਂਦੇ ਹੋਣਗੇ ਕਿ ਉਹਨਾਂ ਦੀ ਹਰੇਕ ਕਿਰਿਆ ਦੇ ਵਿੱਚ ਗਿਆਨ ਹੈ। ਕੁਦਰਤੀ ਹੈ ਹੁਣ 2 ਸ਼ਲੋਕ ਹੀ ਵਿਚਾਰੇ ਨੇ, 130 ਸ਼ਲੋਕ ਨੇ ਉਹਨਾਂ ਦੇ। 2 ਸ਼ਲੋਕਾਂ ਦੇ ਵਿੱਚ 2 ਸਥਿਤੀਆਂ ਸਪਸ਼ਟ ਨੇ। ਪਹਿਲੀ ਦੇ ਵਿੱਚ ਹੈ ਕਿ ਬਾਰਿਸ਼ ਹੋ ਗਈ ਹੈ ਅਤੇ ਗੁਰੂਦੁਆਰ ਆਪਣੇ ਮੁਰਸ਼ਿਦ ਤੱਕ ਜਾਣ ਦਾ ਖਿਆਲ ਹੈ, ਉਹਦੇ ਵਿੱਚੋਂ ਵੀ ਗਿਆਨ ਬਣਾ ਲਿਆ ਉਹਨਾਂ ਨੇ। ਅਤੇ ਉਸ ਤੋਂ ਬਾਅਦ ਜਿਹੜਾ ਪੱਗ ਹੈ, ਕੁਦਰਤੀ ਕੋਈ ਇਸ ਤਰ੍ਹਾਂ ਦੀ ਘਟਨਾ ਹੋਈ ਹੋਵੇਗੀ ਕਿ ਕੋਈ ਪੱਗ ਨੂੰ ਮੈਲੀ ਡਰਦੇ ਹੋਣ ਤੋਂ, ਕਿਉਂਕਿ ਜਿਹੜੇ ਮੁਸਲਮਾਨ ਲੋਕ ਸਨ ਵੱਡੀ ਪਗੜੀ ਬੰਨ੍ਹਦੇ ਸਨ, ਉਹਨੂੰ ਮੜਾਸਾ ਆਖਦੇ ਹਨ, ਤਾਂ ਉਹ ਵੱਡੀ ਪਗੜੀ ਬੰਨ੍ਹਦੇ ਸਨ। ਹੋ ਸਕਦਾ ਕਿਸੇ ਨੇ ਨਮਸਕਾਰ ਸਜਦਾ ਕਰਨ ਦੇ ਲਾਲਚ ਤੋਂ ਆਪਣੀ ਜਿਹੜੀ ਜ਼ਮੀਨ ਦੇ ਹੇਠਾਂ ਨਾ ਲਗਾਇਆ ਹੋਵੇ ਅਤੇ ਉਹਨੂੰ ਵੀ ਗਿਆਨ ਦੇ ਵਿੱਚ। ਇਸ ਕਰਕੇ ਕਈ ਹੁਣ ਕੁਦਰਤੀ ਇਸ ਅਨੁਭਵ ਦੇ ਨੇੜੇ ਆਉਣਾ ਸ਼ੁਰੂ ਹੋ ਗਿਆ ਕਿ ਜੀਵਨ ਦੇ ਵਿੱਚ ਧਾਰਮਿਕਤਾ ਤੁਹਾਨੂੰ ਸੁਖੀ ਰੱਖੇਗੀ, ਉਹਦੇ ਵਿੱਚ ਸਕੂਨ ਮਿਲਦਾ। ਪਾਠ ਕਰ ਲਿਆ ਸਾਰਾ ਦਿਨ, ਆਨੰਦ ਜੀ ਮੈਂ ਪਾਠ ਕਰ ਲਿਆ, ਭੱਜਾ ਫਿਰਦਾ ਬੰਦਾ। ਜਦੋਂ ਜੀਵਨ ਨੂੰ ਸਾਰੇ ਅਧਿਆਤਮਿਕ ਪੱਖਾਂ ਦੇ ਵਿੱਚ ਵਾਚਣਾ ਸ਼ੁਰੂ ਕਰ ਦਈਏ ਉਦਣ ਇਹ ਜੀਵਨ ਬੜਾ ਮੁਸ਼ਕਿਲ ਹੋ ਜਾਂਦਾ ਹੈ। ਕੁਦਰਤੀ ਅਸੀਂ ਕਿੰਨੀਆਂ ਕਿਰਿਆਵਾਂ ਕਰਦੇ ਹਾਂ, ਅਸੀਂ ਬੋਲਦੇ ਹਾਂ, ਦੇਖਦੇ ਹਾਂ, ਕਦੇ ਸਾਨੂੰ ਸ਼ਾਮ ਨੂੰ ਐਸਾ ਨਹੀਂ ਹੁੰਦਾ ਕਿ ਅੱਜ ਕਿਵੇਂ ਦਾ ਜੀਵਨ ਗੁਜ਼ਰਿਆ, ਕਿਉਂਕਿ ਅਸੀਂ ਅਧਿਆਤਮਿਕ ਨਹੀਂ, ਅਸੀਂ ਧਾਰਮਿਕ ਹਾਂ। ਸਵੇਰੇ ਸੁਖਮਨੀ ਸਾਹਿਬ ਕੀਤਾ, ਸਾਰਾ ਦਿਨ ਨਿੰਦਿਆ ਕੀਤੀ। ਅਸੀਂ ਕਹਿੰਦੇ ਜੇ ਕੋਈ ਕਹਿ ਦੇਵੇ ਵੀ ਤੁਸੀਂ ਨਿੰਦਿਆ ਕਰ ਰਹੇ ਹੋ ਤਾਂ ਫਿਰ ਅਸੀਂ ਢੀਠ ਜਿਹੇ ਹੋ ਕੇ ਕਹਿੰਦੇ ਅਸੀਂ ਬਰਾਬਰ ਕਰ ਲਿਆ, ਸਵੇਰੇ ਉਹਨਾਂ ਪੁੰਨ ਕੀਤਾ, ਦੁਪਹਿਰੇ ਉਹਨਾਂ ਪਾਪ ਕਰ ਲਿਆ। ਇਸੇ ਕਰਕੇ ਅਧਿਆਤਮਿਕ ਨਹੀਂ ਹੋਣੀ ਦੁਨੀਆ ਚਾਹੁੰਦੀ, ਹੋਣਾ ਹੀ ਨਹੀਂ ਚਾਹੁੰਦੀ, ਮੁਸ਼ਕਿਲ ਹੈ। ਸਾਰਾ ਦਿਨ ਕਿੱਥੇ ਸੱਚ ਨਾਲ ਜੁੜ ਕੇ ਰਿਹਾ ਜਾ ਸਕਦਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਫਰੀਦਾ ਮੈਂ ਪੋਲਾਵਾ ਪੱਗ ਦਾ। ਜੇ ਹੋਰ ਉਹਨਾਂ ਨੇ ਗੱਲ ਕਹੀ, ਕਹਿੰਦੇ ਮੈਂ ਪੋਲਾਵਾ ਪੱਗ ਦਾ, ਇਹਦਾ ਅੰਤਰੀਵ ਭਾਵ ਇਹ ਹੈ ਕਿ ਮੈਨੂੰ ਲੱਗਦਾ ਸੀ ਕਿ ਮੇਰੇ ਜੀਵਨ ਦੀ ਇੱਜ਼ਤ ਬਣੀ ਹੋਈ, ਅਜੇ ਤੱਕ ਮੈਨੂੰ ਕੋਈ ਦਾਗ ਨਹੀਂ ਲੱਗਿਆ। ਕਹਿੰਦੇ ਪਰ ਮੱਤ ਮੈਲੀ ਹੋਏ ਜਾਏ, ਆਪਣੀ ਇੱਜ਼ਤ ਨੂੰ ਬਚਾਉਣ ਦੇ 50 ਜਿਹੜੇ ਯਤਨ ਕਰਦਾ ਰਿਹਾ। ਕਹਿੰਦੇ ਪਰ ਗਹਿਲਾ ਰੂਹ ਨਾ ਜਾਣਈ, ਅਣਜਾਣ ਮਨ ਨੇ ਇਹ ਨਹੀਂ ਜਾਣਿਆ ਕਿ ਜਿਹੜਾ ਤੇਰਾ ਨਫਸ ਹੈ ਉਹਨੇ ਤੈਨੂੰ ਦਾਗਦਾਰ ਕਰ ਦਿੱਤਾ ਹੈ। ਸਿਰ ਪੀ ਮਿੱਟੀ ਖਾਏ, ਭਾਵ ਜਿਵੇਂ ਕਬਰ ਦੇ ਵਿੱਚ ਦਫਨਾਇਆ ਜਾਏ ਅਤੇ ਕੀੜੇ ਜਿਹੜੇ ਹਨ ਉਹ ਬਿਲਕੁਲ ਉਹਦੀ ਹਾਲਤ ਕਣਾਂ ਵਰਗੀ ਕਰ ਦਿੰਦੇ ਨੇ ਸਰੀਰ ਦੀ ਖਾ ਖਾ ਕੇ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਗਹਿਲਾ ਰੂਹ ਨਾ ਜਾਣੀ ਸਿਰ ਪੀ ਮਿੱਟੀ ਖਾਏ, ਕਿ ਜਿਹੜੇ ਤੇਰੇ ਜੀਵਨ ਦੇ ਅੰਤਰੀਵੀ ਸੰਸਕਾਰ ਹਨ ਉਹਨਾਂ ਰੋਜ਼ਾਨਾ ਤੇਰੀ ਇੱਜ਼ਤ ਨੂੰ ਤਾਰ ਤਾਰ ਕੀਤਾ ਹੈ। ਬਾਹਰੀ ਤੌਰ 'ਤੇ ਸਵੱਛਤਾ ਬਣਾਈ ਰੱਖ ਰਿਹਾ ਪਰ ਅੰਦਰ ਵਾਸਨਾ ਨੇ ਬਿਲਕੁਲ ਮੈਲੇ ਕੀਤਾ ਹੋਇਆ। ਬਾਹਰੋਂ ਜੀਵਨ ਦੇ ਵਿੱਚ ਸੰਤੋਖੀ ਹੋਣ ਦਾ ਜਾਂ ਹੋਰ ਤਰ੍ਹਾਂ ਦੇ ਢੌਂਗ ਕਰ ਰਿਹਾ ਪਰ ਅੰਦਰ ਨੂੰ ਲੋਭ ਨੇ ਪੂਰੀ ਤਰ੍ਹਾਂ ਠੱਗਿਆ ਹੋਇਆ। ਇਸ ਕਰਕੇ ਕਹਿੰਦੇ ਅੰਤਰੀਵ ਦੇ ਵਿੱਚ ਚੀਜ਼ਾਂ ਨੂੰ ਸੰਭਾਲਣ ਦਾ ਯਤਨ ਕਰੋ। ਹੁਣ ਕੁਦਰਤੀ ਹੈ, ਇਸ ਕਰਕੇ ਧਰਮ ਅੰਦਰੂਨੀ ਸਾਧਨਾ ਦਾ ਵਿਸ਼ਾ। ਜੇ ਬੰਦਾ ਅੰਦਰੂਨੀ ਤਲ 'ਤੇ ਯਤਨ ਨਹੀਂ ਕਰਦਾ ਅਤੇ ਉਹਦਾ ਬਾਹਰੀ ਜੀਵਨ ਵੀ ਤਬਦੀਲ ਨਹੀਂ ਹੁੰਦਾ। ਅਤੇ ਅੱਜ ਸਾਨੂੰ ਇਹ ਭਰਮ ਹੈ, ਸਾਰੇ ਧਰਮਾਂ ਦੇ ਵਿੱਚ ਇਹ ਗੱਲ ਹੈ। ਕੁਦਰਤੀ ਅਸੀਂ ਧਾਰਮਿਕ ਅਧਿਆਤਮਿਕ ਬੰਦੇ ਨੂੰ ਵੀ ਵੇਸ ਤੋਂ ਹੀ ਪਛਾਣਨਾ ਚਾਹੁੰਦੇ ਹਾਂ, ਭਾਵੇਂ ਉਹਦੇ ਨਾਲ ਸਾਡੀ ਖਿਆਲਾਂ ਦੀ ਕਿੰਨੀ ਸਾਂਝ ਕਿਉਂ ਨਾ ਹੋਵੇ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਗਹਿਲਾ ਰੂਹ ਨਾ ਜਾਣੀ ਸਿਰ ਪੀ ਮਿੱਟੀ ਖਾਏ, ਕਿ ਜਿਹੜੀ ਚੀਜ਼ ਨਾਸ਼ਵਾਨ ਹੋ ਜਾਣੀ ਉਹਦੀ ਬਹੁਤੀ ਪਰਵਾਹ ਨਹੀਂ। ਯਤਨ ਉਹਦਾ ਕਰੋ ਜਿਹੜੀ ਨਾਸ਼ਵਾਨਤਾ ਤੋਂ ਬਾਅਦ ਵੀ ਬਚਿਆ ਰਹਿਣਾ, ਅਤੇ ਬਾਅਦ ਸਾਡਾ ਸੂਖਸ਼ਮ ਜੀਵਨ ਬਚਣਾ ਹੈ। ਇੱਕ ਸਿਰ ਦੇ ਵਿੱਚ ਨੇਤਰ ਹਨ, ਕੰਨ ਹਨ, ਜ਼ੁਬਾਨ ਹੈ, ਇਹਨਾਂ ਦੇ ਨਾਲ ਕਰਮ ਕਰਕੇ ਆਪਣਾ ਸੂਖਸ਼ਮ ਜੀਵਨ ਕਿੰਨਾ ਉੱਜਲ ਬਣਾਇਆ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਸ ਗੱਲ ਦੀ ਚਿੰਤਾ ਕਰਨੀ ਚਾਹੀਦੀ ਹੈ। ਬਾਬਾ ਫਰੀਦ ਸਾਹਿਬ ਜੀ ਕਿਰਪਾ ਕਰਨ 2 ਸ਼ਲੋਕਾਂ ਦਾ ਭਾਵ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ। ਅਸੀਂ ਆਪਣੇ ਜੀਵਨ ਦੇ ਵਿੱਚ ਨਿਰੰਤਰ ਦ੍ਰਿੜਤਾ ਵਾਲੇ ਪ੍ਰੇਮੀ ਬਣੀਏ। ਇਸ ਸੰਬੰਧ ਇੱਕ ਆਮ ਖਿਆਲ ਸਾਂਝਾ ਕਰਦੇ ਹਾਂ ਕਿ ਜਦੋਂ ਸਾਨੂੰ ਪਤਾ ਹੈ ਕਿ ਕਥਾ ਕੀਰਤਨ ਸਾਡੇ ਗੁਰੂ ਸਾਹਿਬਾਨਾਂ ਦੀ ਬੜੀ ਵੱਡੀ ਰਹਿਮਤ ਹੈ, ਉਹਦੇ ਨਾਲ ਪੂਰਾ ਨਿਰੰਤਰ ਜੁੜਨ ਦਾ ਫਿਰ ਸਾਡਾ ਅਭਿਆਸ ਕਿਉਂ ਨਹੀਂ।